ਦੋਸਤੋ ਤੁਹਾਡਾ ਮੇਰੇ YouTube ਚੈਨਲ ਇਨਵੈਸਟਿੰਗ ਦੀਆਂ ਗੱਲਾਂ ਉੱਤੇ ਸਵਾਗਤ ਹੈ। ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਲੰਟੀਅਰ ਟੈਕਨੋਲੋਜੀ ਬਾਰੇ, ਜੋ ਕਿ ਇੱਕ US ਬੇਸਡ ਕੰਪਨੀ ਹੈ ਜਿਹੜੀ ਕਿ ਨਿਊਯਾਰਕ ਸਟਾਕ ਐਕਸਚੇਂਜ ਦੇ ਉੱਪਰ ਟਿੱਕਰ ਸਿੰਬਲ PLTR ਨਾਲ ਟ੍ਰੇਡ ਕਰਦੀ ਹੈ। ਜਿੱਦਾਂ ਕਿ ਤੁਸੀਂ ਇਸ ਚਾਰਟ ਨੂੰ ਦੇਖ ਹੀ ਸਕਦੇ ਹੋ, ਜਿਹੜੀ ਕੰਪਨੀ ਦਾ ਸਟਾਕ ਹੈ ਉਹ 4 ਮਈ 2023 ਨੂੰ $7.38 ਦਾ ਸੀ, ਜੋ ਕਿ ਵੱਧ ਕੇ 15 ਜੂਨ 2023 ਨੂੰ $16.60 ਦੇ ਉੱਤੇ ਚਲਾ ਗਿਆ ਸੀ। ਅਤੇ ਹੁਣ ਇਹਦੇ ਵਿੱਚ ਥੋੜ੍ਹੀ ਬਹੁਤੀ ਕਰੈਕਸ਼ਨ ਹੋ ਰਹੀ ਹੈ ਅਤੇ ਅੱਜ ਇਹ 21 ਜੂਨ 2023 ਨੂੰ ਸਟਾਕ ਦਾ ਜਿਹੜਾ ਪ੍ਰਾਈਸ ਆ $14.78 ਆ। ਸੋ ਆਪਾਂ ਇਸ ਵੀਡੀਓ ਵਿੱਚ ਟਰਾਈ ਕਰਾਂਗੇ ਉਹ ਸਾਰੇ ਰੀਜ਼ਨ ਡਿਸਕਸ ਕਰਨ ਦੀ ਜਿਹੜੇ ਕਿ ਜਿਹਦੇ ਕਾਰਨ ਕਿ ਇਹ ਸਟਾਕ ਆਲਮੋਸਟ ਡਬਲ ਹੋ ਗਿਆ ਵਿਦ ਇਨ ਅ ਮੰਥ। ਸਭ ਤੋਂ ਮੇਨ ਕਾਰਨ ਤਾਂ ਇਹੀ ਹੈ ਕਿ ਰਾਈਟ ਨਾਓ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਾਕਸ ਨੇ ਉਹਨਾਂ ਦੇ ਵਿੱਚ ਇੱਕ ਹਾਈਪ ਆਈ ਹੋਈ ਆ, ਅਤੇ ਜਿੰਨੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਾਕ ਨੇ ਉਹ ਸਾਰੇ ਉੱਪਰ ਨੂੰ ਹੀ ਜਾ ਰਹੇ ਆ। ਸੋ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਇਹੋ ਜਿਹੇ ਕੀ ਰੀਜ਼ਨ ਰਹੇ ਕਿ ਇਹ ਸਟਾਕ ਆਲਮੋਸਟ ਡਬਲ ਕਿੱਦਾਂ ਹੋ ਗਿਆ ਆ। ਅਤੇ ਦੂਜੀ ਗੱਲ ਇਹ ਹੈ ਕਿ ਮੈਂ ਰਾਈਟ ਨਾਓ ਮੈਂ ਆਪਣੇ ਜਿਹੜੀ ਹੋਲਡਿੰਗ ਆ ਉਹ ਉਸ ਨਾਲ ਕੀ ਕਰ ਰਿਹਾ, ਉਹਨੂੰ ਸੈੱਲ ਕਰ ਰਿਹਾ, ਹੋਲਡ ਕਰ ਰਿਹਾ, ਜਾਂ ਮੈਂ ਨਿਊ ਸਟਾਕ ਹੈ ਜਿਹੜੇ ਉਹ ਬਾਏ ਕਰ ਰਹੇ ਹਾਂ। ਸੋ ਆਪਾਂ ਪੂਰੀ ਇਨਸਾਈਟ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਕੰਪਨੀ ਦੇ ਬਾਰੇ, ਇਸ ਕੰਪਨੀ ਦੀ ਪੂਰੀ ਇਨਸਾਈਟ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕੰਪਨੀ ਕਰਦੀ ਕੀ ਆ। ਕੰਪਨੀ ਬੇਸਿਕਲੀ ਇੱਕ ਡਾਟਾ ਇੰਟੀਗ੍ਰੇਸ਼ਨ ਸੌਫਟਵੇਅਰ ਐਜ਼ ਅ ਸਰਵਿਸ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਆ, ਜਿਹਦੇ ਕਿ 3 ਮੇਨ ਸੌਫਟਵੇਅਰ ਨੇ, ਗੌਤਮ, ਫਾਊਂਡਰੀ ਐਂਡ ਅਪੋਲੋ। ਜਿਹੜਾ ਗੌਤਮ ਆ ਉਹ US ਸਿਕਿਉਰਿਟੀ ਫੋਰਸਿਸ ਦੇ ਨਾਲ ਕੰਮ ਕਰਦਾ ਆ। ਬੇਸਿਕਲੀ ਉਹਦਾ ਕੰਮ ਕੀ ਆ ਕਿ ਜਿਹੜਾ ਉਹ ਬਹੁਤ ਸਾਰਾ ਡਾਟਾ ਹੁੰਦਾ ਆ, ਉਹਨੂੰ ਸਿੰਪਲੀਫਾਈ ਕਰਕੇ ਉਹਦੇ ਵਿੱਚੋਂ ਜਿਹੜੀਆਂ ਬੈਡ ਮੂਵਮੈਂਟਸ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਕੈਚ ਕਰਦਾ ਆ, ਅਤੇ ਗਵਰਨਮੈਂਟ ਜਿਹੜੀ US ਸਿਕਿਉਰਿਟੀ ਫੋਰਸਿਸ ਨੇ ਉਹਨਾਂ ਦੀ ਹੈਲਪ ਕਰਦਾ ਆ ਟੂ ਕਾਊਂਟਰ ਟੈਰਰਿਜ਼ਮ। ਈਵਨ ਕਿ ਜਿਹੜੀ US ਗਵਰਨਮੈਂਟ ਆ ਇਹਨੇ ਇਸ ਸੌਫਟਵੇਅਰ ਨੂੰ ਯੂਜ਼ ਕੀਤਾ ਸੀ ਈਰਾਨ ਅਤੇ ਅਫਗਾਨਿਸਤਾਨ ਦੇ ਵਿੱਚ, ਅਤੇ ਰਾਈਟ ਨਾਓ ਜਿਹੜੀ ਯੂਕਰੇਨ ਆ ਉਹ ਵੀ ਇਸ ਸੌਫਟਵੇਅਰ ਦੀ ਹੈਲਪ ਲੈ ਰਹੀ ਆ ਟੂ ਫਾਈਟ ਅਗੇਂਸਟ ਰਸ਼ੀਆ। ਅਤੇ ਜਿਹੜਾ ਇਹਨਾਂ ਦਾ ਦੂਜਾ ਸੌਫਟਵੇਅਰ ਹੈਗਾ ਉਹ ਹੈਗਾ ਫਾਊਂਡਰੀ। ਜਿਹੜਾ ਫਾਊਂਡਰੀ ਆ ਉਹ ਹੈਲਪ ਕਰਦਾ ਪ੍ਰਾਈਵੇਟ ਔਰਗਨਾਈਜੇਸ਼ਨ ਨੂੰ ਟੂ ਕ੍ਰੀਏਟ ਸੈਂਟਰਲ ਓਪਰੇਟਿੰਗ ਸਿਸਟਮ ਫॉर देयर ਡਾਟਾ, ਜਿਹਦੇ ਨਾਲ ਕਿ ਕੰਪਨੀਜ਼ ਦਾ ਫੇਲੀਅਰ ਅਤੇ ਡਿਸਟਰਪਸ਼ਨ ਘੱਟ ਆਉਂਦੀ ਹੈ ਅਤੇ ਉਹਨਾਂ ਦੀ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਆ। ਅਤੇ ਤੀਜਾ ਹੈਗਾ ਅਪੋਲੋ ਹੈਗਾ ਜਿਹੜਾ ਉਹ ਬਿਜ਼ਨਸ ਦੇ ਕੰਟੀਨਿਊਸ ਓਪਰੇਸ਼ਨ ਨੂੰ ਹੈਲਪ ਕਰਦਾ ਹੈ, ਜਿੱਦਾਂ ਕਿ ਕ੍ਰਿਟੀਕਲ ਸਿਸਟਮਸ ਵਗੈਰਾ ਹੈਗੇ ਆ ਉਹਨਾਂ ਨੂੰ ਕੰਟੀਨਿਊਸਲੀ ਰਨ ਕਰਨ ਦੇ ਵਿੱਚ ਕਸਟਮਰਸ ਦੀ ਹੈਲਪ ਕਰਦਾ, ਉਹ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ। ਸੋ ਇਹ ਇਹਨਾਂ ਦੇ 3 ਮੇਨ ਜਿਹੜੇ ਹੈਗੇ ਸੌਫਟਵੇਅਰ ਹੈਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹੋ ਜਿਹੇ ਕੀ ਰੀਜ਼ਨ ਰਹੇ ਜਿਹਦੇ ਨਾਲ ਇਹ ਕੰਪਨੀ ਦਾ ਸਟਾਕ ਹੈਗਾ ਜਿਹੜਾ ਆਲਮੋਸਟ ਡਬਲ ਹੋ ਗਿਆ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਚੈੱਕ ਕਰ ਲੈਂਦੇ ਹਾਂ, ਹੈ ਨਾ। ਕੁਆਟਰ 2021 ਦੇ ਵਿੱਚ ਸਭ ਤੋਂ ਮੇਨ ਰੀਜ਼ਨ ਕੰਪਨੀ ਦਾ ਹਾਈਪ ਵਨ ਦਾ ਇਹ ਰਿਹਾ ਕਿ ਜਿਹੜੀ ਕੰਪਨੀ ਆ ਉਹਨੇ ਆਪਣੀ ਜਿਹੜੀ ਨੈਟ ਪ੍ਰੋਫਿਟੇਬਿਲਿਟੀ ਆ, ਕੰਪਨੀ ਆ ਜਿਹੜੀ ਉਹ ਪ੍ਰੋਫਿਟੇਬਲ ਹੋ ਗਈ ਆ। ਹਾਲ ਤੱਕ ਕੰਪਨੀ ਆਪਣੀ ਮਨੀ ਲੂਜ਼ ਕਰ ਰਹੀ ਸੀ, ਬਟ ਰਾਈਟ ਨਾਓ ਲਾਸਟ 2 ਕੁਆਰਟਰ ਦੇ ਵਿੱਚ ਉਹ ਇੱਕ ਪੋਜ਼ੀਟਿਵ ਰਿਜ਼ਲਟ ਦੇ ਰਿਹਾ। ਅਤੇ ਇਸ ਸਾਲ ਅਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਾਲ ਮਤਲਬ ਹੁਣ ਤੋਂ ਕੰਪਨੀ ਲਾਸ ਦੇ ਵਿੱਚ ਨਹੀਂ ਵਰਕ ਕਰੂਗੀ, ਕੰਪਨੀ ਹਮੇਸ਼ਾ ਪ੍ਰੋਫਿਟੇਬਲ ਰਹੂਗੀ। ਜਿੱਦਾਂ ਕਿ ਆਪਾਂ ਦੇਖ ਹੀ ਸਕਦੇ ਹਾਂ ਕਿ ਇਸ ਕੁਆਰਟਰ ਜਿਹੜੀ ਕੰਪਨੀ ਆ ਉਹਨੇ ਆਪਣੀ ਨੈਟ ਇਨਕਮ 4.1 ਮਿਲੀਅਨ ਪਲੱਸ ਦੇ ਵਿੱਚ ਸ਼ੋਅ ਕੀਤੀ ਆ। ਸੋ ਇਹ ਇੱਕ ਬਹੁਤ ਹੀ ਚੰਗਾ ਸਾਈਨ ਆ, ਹੈ ਨਾ। ਅਤੇ ਹੁਣ ਆਪਾਂ ਚੈੱਕ ਕਰਦੇ ਹਾਂ ਉਹਨਾਂ ਦਾ ਜਿਹੜਾ US ਕਮਰਸ਼ੀਅਲ ਰੈਵਨਿਊ ਆ ਉਹ ਅਰਾਊਂਡ 337 ਮਿਲੀਅਨ ਰਿਹਾ ਆ ਲਾਸਟ ਕੁਆਰਟਰ ਦਾ, ਜੋ ਕਿ 23% ਦੇ ਹਿਸਾਬ ਨਾਲ ਇਨਕਰੀਜ਼ ਹੋਇਆ। ਇਕੱਲਾ US ਆ, ਕਿਉਂਕਿ ਕੰਪਨੀ ਆਪਰੇਟ ਹੋਰ ਵੀ ਕੰਟਰੀਜ਼ ਦੇ ਵਿੱਚ ਕਰ ਰਹੀ ਆ। ਸੋ ਆਪਾਂ ਉਹਨਾਂ ਦੇ ਵੀ ਟੋਟਲ ਰੈਵਨਿਊ ਦੇ ਉੱਤੇ ਵੀ ਨਿਗਾਹ ਮਾਰਾਂਗੇ ਕਿ ਟੋਟਲ ਰੈਵਨਿਊ ਹੈ ਜਿਹੜਾ ਉਹ ਕਿੰਨਾ ਇਨਕਰੀਜ਼ ਹੋਇਆ। ਬੇਸਿਕਲੀ US ਦੇ ਵਿੱਚ ਉਹਨਾਂ ਦਾ ਜਿਹੜਾ ਰੈਵਨਿਊ ਆ 23% ਇਨਕਰੀਜ਼ ਹੋਇਆ ਪਿਛਲੇ ਸਾਲ ਦੇ ਫਸਟ ਕੁਆਰਟਰ ਨਾਲੋਂ। ਜੇ ਹੁਣ ਆਪਾਂ ਕਮਰਸ਼ੀਅਲ ਜਿਹੜਾ ਰੈਵਨਿਊ ਆ ਉਹ ਚੈੱਕ ਕਰੀਏ ਤਾਂ ਉਹ ਅਰਾਊਂਡ 26% ਇਨਕਰੀਜ਼ ਹੋਇਆ ਲਾਸਟ ਈਅਰ ਦੇ ਫਸਟ ਕੁਆਰਟਰ ਨਾਲੋਂ, ਜੋ ਕਿ ਲਾਸਟ ਈਅਰ ਦੇ ਵਿੱਚ 85 ਮਿਲੀਅਨ ਸੀ ਅਤੇ ਇਸ ਕੁਆਰਟਰ ਦੇ ਵਿੱਚ 107 ਮਿਲੀਅਨ ਹੋ ਗਿਆ ਹੈ। ਉਸੇ ਤਰ੍ਹਾਂ ਜਿਹੜਾ US ਦਾ ਗਵਰਨਮੈਂਟ ਰੈਵਨਿਊ ਉਹ ਵੀ ਇਨਕਰੀਜ਼ ਹੋਇਆ ਹੈ। ਗਵਰਨਮੈਂਟ ਦਾ ਫਸਟ ਕੁਆਰਟਰ 2022 ਦੇ ਵਿੱਚ ਜਿਹੜਾ ਰੈਵਨਿਊ ਸੀ ਉਹ 188 ਮਿਲੀਅਨ ਸੀ, ਜੋ ਕਿ ਵੱਧ ਕੇ 230 ਮਿਲੀਅਨ ਹੋ ਗਿਆ। ਸੋ ਰਾਈਟ ਨਾਓ ਵੀ US ਦੇ ਵਿੱਚ ਜਿਹੜਾ ਮੇਨ ਸੋਰਸ ਆ ਉਹ ਇਹਨਾਂ ਦੇ ਰੈਵਨਿਊ ਦਾ ਜ਼ਿਆਦਾ ਵੱਡਾ ਸੋਰਸ
US ਗਵਰਨਮੈਂਟ ਤੋਂ ਆ ਰਿਹਾ ਹੈ, ਬਟ ਸਟਿਲ ਇਹ ਕਮਰਸ਼ੀਅਲ ਦੇ ਵਿੱਚ ਵੀ ਅੱਛੀ ਗਰੋਥ ਰੇਟ ਲੈ ਰਹੇ ਆ, ਹੈ ਨਾ। ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਐਕਸਾਈਟ ਆ ਉਹ ਇਹਨਾਂ ਦਾ ਜਿਹੜਾ ਕਮਰਸ਼ੀਅਲ ਰੈਵਨਿਊ ਗਰੋ ਆ ਉਹੀ ਜ਼ਿਆਦਾ ਮੈਂ ਫੋਲੋ ਕਰ ਰਿਹਾ, ਕਿਉਂਕਿ ਆਲ ਓਵਰ ਦਾ ਵਰਲਡ ਕੰਪਨੀਜ਼ ਜਦੋਂ ਇਹਨਾਂ ਦਾ ਆਪਣਾ ਕਮਰਸ਼ੀਅਲ ਸੋਫਟਵੇਅਰ ਯੂਜ਼ ਕਰੂਗੀ ਤਾਂ ਹੀ ਇਹ ਆਪਣਾ ਫਿਊਚਰ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਗਰੋ ਕਰ ਸਕਣਗੇ। ਜੇ ਹੁਣ ਆਪਾਂ ਕੁਝ ਕੰਪਨੀਆਂ ਤੇ ਨਿਗਾਹ ਮਾਰੀਏ ਜਿਹੜੇ ਕਿ ਇਹਨਾਂ ਦੀਆਂ ਲਾਈਕ ਪਾਰਟਨਰ ਨੇ, ਹੈ ਨਾ, ਤਾਂ ਵਰਲਡ ਦੀਆਂ ਕੁਝ ਬਹੁਤ ਹੀ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਇਹਨਾਂ ਦੀ ਹੈਲਪ ਲੈ ਰਹੀਆਂ, ਜਿੱਦਾਂ P&G&E ਆ, ਇਹ ਆਇਲ ਐਂਡ, ਹੈ ਨਾ, ਟਰਾਂਸਮਿਸ਼ਨ ਕੰਪਨੀ ਆ, RBC ਬੈਂਕ ਆ, ਜੈਕਬਸ ਆ, ਕਿੰਨੀਆਂ ਹੀ ਨੇ। ਇਸ ਲਾਈਕ ਇਹਨਾਂ ਦੇ ਕਸਟਮਰ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ, ਬਟ ਆ ਹੈਗੀਆਂ ਜਿਹੜੀਆਂ ਸਭ ਤੋਂ ਮੇਨ ਕੰਪਨੀਆਂ ਨੇ, ਸਭ ਤੋਂ ਵੱਡੀਆਂ ਕੰਪਨੀਜ਼ ਨੇ ਵਰਲਡ ਦੇ ਵਿੱਚ ਵੱਡੀਆਂ ਕੰਪਨੀਆਂ ਦੇ ਵਿੱਚ ਆਉਂਦੀਆਂ ਨੇ ਜੋ ਇਹਨਾਂ ਦੇ ਸੋਫਟਵੇਅਰ ਯੂਜ਼ ਕਰ ਰਹੇ ਨੇ। ਅਤੇ ਹੁਣ ਆਪਾਂ ਜੇ ਗੱਲ ਕਰੀਏ ਇਹਨਾਂ ਦੇ ਟੋਟਲ ਰੈਵਨਿਊ ਗਰੋਥ ਦੀ, ਹੈ ਨਾ, ਉਹ ਇਸ ਕੁਆਟਰ ਦੇ ਵਿੱਚ ਰਿਹਾ ਹੈ 525 ਮਿਲੀਅਨ, ਅਤੇ ਜਿਹੜਾ ਕਿ ਪਿਛਲੇ ਸਾਲ ਦੇ ਨਾਲੋਂ ਆਲਮੋਸਟ 80 ਮਿਲੀਅਨ ਜ਼ਿਆਦਾ ਆ। ਸੋ ਇਹ ਵੀ ਇੱਕ ਬਹੁਤ ਹੀ ਚੰਗੀ ਗਰੋਥ ਹੋਈ ਆ, ਹੈ ਨਾ, ਰੈਵਨਿਊ ਦੇ ਵਿੱਚ। ਅਤੇ ਜਿਹੜੇ ਇਹਨਾਂ ਦੇ ਐਵਰੇਜ 20 ਕਸਟਮਰ ਨੇ ਉਹ ਵੀ ਉਹਨਾਂ ਤੋਂ ਵੀ ਇਹਨਾਂ ਦਾ ਜਿਹੜਾ ਰੈਵਨਿਊ ਆਲਮੋਸਟ 14% ਇਨਕਰੀਜ਼ ਹੋਇਆ, ਜੋ ਕਿ ਇੱਕ ਅੱਛਾ ਸਾਈਨ ਹੈ, ਕਿਉਂਕਿ ਕੰਪਨੀਜ਼ ਇਹਨਾਂ ਦੇ ਉੱਤੇ ਟਰਸਟ ਕਰ ਰਹੀਆਂ ਨੇ ਅਤੇ ਇਹਨਾਂ ਨੂੰ ਉਸ ਤੋਂ ਵੱਡੇ ਆਰਡਰ ਦੇ ਰਹੀਆਂ ਨੇ, ਹੈ ਨਾ। ਸੋ ਹੁਣ ਜੇ ਆਪਾਂ ਇਹਨਾਂ ਦੇ ਕਸਟਮਰ ਕਾਊਂਟ ਦੀ ਗੱਲ ਕਰੀਏ ਤਾਂ ਕਮਰਸ਼ੀਅਲ ਕਸਟਮਰ ਕਾਊਂਟ ਹੈ ਜਿਹੜਾ ਉਹ ਲਾਸਟ ਈਅਰ ਨਾਲੋਂ ਆਲਮੋਸਟ 100 ਕਸਟਮਰ ਐਕਸਟਰਾ ਹੋ ਗਏ ਆ, ਜੋ ਕਿ ਇੱਕ ਬਹੁਤ ਹੀ ਚੰਗਾ ਸਾਈਨ ਆ। ਅਤੇ ਜਿਹੜਾ ਇਹਨਾਂ ਦਾ ਟੋਟਲ ਕਸਟਮਰ ਕਾਊਂਟ ਗਰੂ ਆ ਉਹ ਵੀ ਅਰਾਊਂਡ 41% ਦੇ ਨਾਲ ਇਨਕਰੀਜ਼ ਹੋਇਆ ਹੈ, ਜਿੱਦਾਂ ਕਿ ਇਹਨਾਂ ਦੇ ਪਿਛਲੇ ਸਾਲ 277 ਕਸਟਮਰ ਸੀ, ਉਹ ਇਨਕਰੀਜ਼ ਹੋ ਕੇ ਆਲਮੋਸਟ 4 ਹੋ ਗਿਆ ਐਂਡ ਆਫ ਦਿਸ ਕੁਆਟਰ, ਹੈ ਨਾ, ਜੋ ਕਿ ਇੱਕ ਬਹੁਤ ਹੀ ਚੰਗਾ ਸਾਈਨ ਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਜਿਹੜੀ ਟੋਟਲ ਕੰਟਰੈਕਟ ਵੈਲਿਊ ਆ ਉਹ ਵੀ ਅਰਾਊਂਡ 60% ਦੇ ਨਾਲ ਇਨਕਰੀਜ਼ ਹੋਈ ਆ। ਇਹ ਵੀ ਬਹੁਤ ਹੀ ਗੁੱਡ ਨੰਬਰ ਹੈ, ਕਿਉਂਕਿ ਲਾਸਟ ਈਅਰ ਜਿਹੜੇ ਇਹਨਾਂ ਦਾ 248 ਮਿਲੀਅਨ ਸੀ ਉਹ ਵੱਧ ਕੇ ਹੁਣ ਆਲਮੋਸਟ 400 ਮਿਲੀਅਨ ਹੋ ਗਿਆ ਹੈ। ਅਤੇ ਜਿਹੜੇ ਕਸਟਮਰ ਨੂੰ ਬਿਲਿੰਗ ਕਰ ਰਹੇ ਆ, ਕਿਉਂਕਿ ਇਹ ਲਾਈਕ ਕਮਰਸ਼ੀਅਲ ਦੇ ਵਿੱਚ ਇਸ ਤਰ੍ਹਾਂ ਅਪਰੇਟ ਕਰ ਰਿਹਾ ਹੁਣ ਕਿ ਕੰਪਨੀਜ਼ ਨੂੰ ਆਪਣਾ ਸੋਫਟਵੇਅਰ ਕੁਛ ਟਾਈਮ ਦੇ ਲਈ ਯੂਜ਼ ਕਰਨ ਲਈ ਦੇ ਦਿੰਦੇ। ਜੇ ਉਹਨਾਂ ਨੂੰ ਕਸਟਮਰ ਫ੍ਰੀ ਦੇ ਵਿੱਚ ਆ ਨਾ, ਜੇ ਉਹਨਾਂ ਨੂੰ ਆਪਣਾ ਲਾਈਕ ਅੱਛਾ ਲੱਗਦਾ ਹੈ, ਮਤਲਬ ਵੀ ਇਹਨਾਂ ਦਾ ਸੋਫਟਵੇਅਰ ਚੰਗਾ ਹੈ ਅਤੇ ਕੰਪਨੀ ਦੀ ਹੈਲਪ ਹੋ ਰਹੀ ਹੈ, ਤਾਂ ਫਿਰ ਉਹ ਇਹਨਾਂ ਨੂੰ ਆਪਣਾ ਲਾਈਕ ਪੇ ਕਰ ਦਿੰਦੇ ਆ ਫਿਊਚਰ ਦੇ ਲਈ, ਹੈ ਨਾ, ਆਪਣਾ ਕੰਟਰੈਕਟ ਦੇ ਦਿੰਦੇ ਆ। ਸੋ ਉਸੇ ਤਰ੍ਹਾਂ ਬਿਲਿੰਗ ਵੀ ਇਹਨਾਂ ਦੀ ਰਾਈਟ ਨਾਓ 25% ਦੇ ਹਿਸਾਬ ਨਾਲ ਇਨਕਰੀਜ਼ ਹੋਈ ਆ। ਜੇ ਹੁਣ ਆਪਾਂ ਡੀਲਸ ਦੀ ਗੱਲ ਕਰੀਏ ਤਾਂ ਇਸ ਕੁਆਟਰ ਦੇ ਵਿੱਚ ਸਿਰਫ ਇੱਕ ਲਾਈਕ ਕੁਆਟਰ 1 2023 ਦੇ ਵਿੱਚ ਹੀ ਇਹਨਾਂ ਨੇ 64 ਡੀਲਸ ਨੇ ਜਿਹੜੀਆਂ ਨਿਊ ਸਾਈਨ ਕੀਤੀਆਂ ਨੇ। ਇਹੀ ਜੇ ਆਪਾਂ ਪਿਛਲੇ ਕੁਆਟਰ ਦੀ ਗੱਲ ਕਰੀਏ ਤਾਂ ਪਿਛਲੇ ਕੁਆਟਰ ਇਹਨਾਂ ਨੇ ਅਰਾਊਂਡ 55 ਡੀਲਸ ਸੀਗੀਆਂ ਜਿਹੜੀਆਂ ਕਲੋਜ਼ ਕੀਤੀਆਂ ਸੀਗੀਆਂ। ਸੋ ਮਤਲਬ ਇਹਨਾਂ ਦੀਆਂ ਜਿਹੜੀਆਂ ਡੀਲਸ ਨੇ ਉਹ ਵੀ ਕੁਆਟਰ ਓਵਰ ਕੁਆਟਰ ਈਅਰ ਇਨਕਰੀਜ਼ ਹੀ ਹੋ ਰਹੀਆਂ ਨੇ, ਕਿਉਂਕਿ ਕੁਆਟਰ 4 2022 ਦੇ ਵਿੱਚ ਇਹਨਾਂ ਨੇ ਜਿਹੜੀਆਂ 54 ਡੀਲਸ ਸੀਗੀਆਂ ਉਹ ਕਲੋਜ਼ ਕੀਤੀਆਂ ਨੇ। ਅਤੇ ਇਸ ਕੁਆਟਰ ਆਲਮੋਸਟ ਜੇ ਹੁਣ ਆਪਾਂ ਇੱਥੇ ਚੈੱਕ ਕਰੀਏ ਤਾਂ 64 ਨੇ, 9 ਡੀਲਸ ਐਕਸਟਰਾ ਜਿਹੜੀਆਂ ਉਹ ਇਹਨਾਂ ਨੇ ਕਲੋਜ਼ ਕੀਤੀਆਂ ਨੇ। ਜੇ ਆਪਾਂ ਇੱਥੇ ਚੈੱਕ ਕਰੀਏ ਕਿ ਇਹਦੇ ਵਿੱਚ ਤਾਂ ਇਹਨਾਂ ਦੀਆਂ ਲਾਸਟ ਈਅਰ ਸਿਰਫ ਲਾਸਟ ਕੁਆਟਰ ਜਿਹੜੀਆਂ 11 ਇਹੋ ਡੀਲਾਂ ਸੀਗੀਆਂ ਜਿਹੜੀਆਂ 5 ਮਿਲੀਅਨ ਤੋਂ ਉੱਪਰ ਸੀਗੀਆਂ, ਅਤੇ 5 ਇਹੋ ਜਿਹੀਆਂ ਸੀਗੀਆਂ ਜਿਹੜੀਆਂ 10 ਮਿਲੀਅਨ ਦੇ ਉੱਪਰ ਸੀਗੀਆਂ। ਬਟ ਇਸ ਕੁਆਟਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਬਹੁਤ ਵੱਡਾ, ਹੈ ਨਾ, ਨੰਬਰ ਇਨਕਰੀਜ਼ ਹੋਇਆ, ਕਿਉਂਕਿ 22 ਇਹੋ ਜਿਹੀਆਂ ਡੀਲਸ ਨੇ ਜਿਹੜੀਆਂ 5 ਮਿਲੀਅਨ ਤੋਂ ਉੱਤੇ ਨੇ, ਅਤੇ 8 ਇਹੋ ਜਿਹੀਆਂ ਡੀਲਸ ਨੇ ਜਿਹੜੀਆਂ 10 ਮਿਲੀਅਨ ਤੋਂ ਉੱਤੇ ਨੇ। ਸੋ ਓਵਰਆਲ ਕੰਪਨੀ ਹੈ ਜਿਹੜੀ ਉਹ ਗਰੋ ਕਰ ਹੀ ਰਹੀ ਆ। ਜੇ ਹੁਣ ਆਪਾਂ ਇਹਨਾਂ ਦਾ ਗਰੋਸ ਮਾਰਜਨ ਦੇਖੀਏ ਉਹ ਵੀ ਬਹੁਤ ਹੀ ਚੰਗਾ ਹੈ, ਗਰੋਸ ਮਾਰਜਨ ਵੀ ਅਰਾਊਂਡ 80% ਤੋਂ ਉੱਪਰ ਹੀ ਰਹਿ ਰਿਹਾ, ਕਿਉਂਕਿ ਸੋਫਟਵੇਅਰ ਐਜ਼ ਅ ਸਰਵਿਸ ਕੰਪਨੀਆਂ ਜਿੰਨੀਆਂ ਵੀ ਹੁੰਦੀਆਂ ਨੇ ਉਹਨਾਂ ਦਾ ਗਰੋਸ ਮਾਰਜਨ ਬਹੁਤ ਹੀ ਜ਼ਿਆਦਾ ਹੁੰਦਾ ਹੈ, ਹੈ ਨਾ। ਕਿਸੇ ਵੀ ਕੰਪਨੀ ਦਾ ਜੇ ਗਰੋਸ ਮਾਰਜਨ ਓਵਰ 70% ਆ ਸੋਫਟਵੇਅਰ ਕੰਪਨੀ ਦਾ ਤਾਂ ਉਹ ਬਹੁਤ ਹੀ ਚੰਗਾ ਆ। ਜੇ ਹੁਣ ਆਪਾਂ ਇਹਨਾਂ ਦਾ ਕੈਸ਼ ਦੇਖੀਏ, ਇਹਨਾਂ ਕੋਲ ਰਾਈਟ ਨਾਓ 2.9 ਬਿਲੀਅਨ ਕੈਸ਼ ਆ। ਸੋ ਇਹ ਕੰਪਨੀ ਦਾ ਜਿਹੜਾ 10% ਹੈਗਾ ਉਹ ਇਹਨਾਂ ਕੰਪਨੀ ਕੋਲ ਲਾਈਕ ਕੰਪਨੀ ਦੀ ਮਾਰਕੀਟ ਵੈਲਿਊ ਦਾ 10% ਹੈ ਇਹਨਾਂ ਦੇ ਕੋਲ ਕੈਸ਼ ਦੇ ਵਿੱਚ ਆ। ਜੇ ਹੁਣ ਆਪਾਂ ਕੰਪਨੀ ਦਾ ਇੱਥੇ ਮਾਰਕੀਟ ਕੈਪ ਦੇਖੀਏ ਨਾ, ਰਾਈਟ ਨਾਓ ਕੰਪਨੀ ਦਾ ਜਿਹੜਾ ਮਾਰਕੀਟ ਕੈਪ ਆ ਉਹ ਅਰਾਊਂਡ 31 ਬਿਲੀਅਨ ਆ।
ਸੋ 31 ਮਿਲੀਅਨ ਦੇ ਵਿੱਚੋਂ 30 ਲਾਈਕ ਆਲਮੋਸਟ 3 ਬਿਲੀਅਨ ਤਾਂ ਉਹਨਾਂ ਦਾ ਕੈਸ਼ ਹੀ ਹੈ। ਸੋ ਆਲਮੋਸਟ 10% ਜਿਹੜੀ ਕੰਪਨੀ ਕੋਲ ਕੰਪਨੀ ਦੀ ਮਾਰਕੀਟ ਵੈਲਿਊ ਦਾ 10% ਉਹਨਾਂ ਕੋਲ ਕੈਸ਼ ਦੇ ਵਿੱਚ ਅਵੇਲੇਬਲ ਆ। ਅਤੇ ਹੁਣ ਜੇ ਆਪਾਂ ਗੱਲ ਕਰੀਏ ਓਪਰੇਟਿੰਗ ਕੈਸ਼ ਫਲੋ ਦੀ, ਹੈ ਨਾ, ਜਿਹੜਾ ਓਪਰੇਟਿੰਗ ਕੈਸ਼ ਫਲੋ ਆ ਉਹ ਦੇਖੋ ਕਿੰਨੀ ਚੰਗੀ ਤਰ੍ਹਾਂ ਇਹਨਾਂ ਨੇ ਇਨਕਰੀਜ਼ ਕੀਤਾ ਹੈ। ਓਪਰੇਟਿੰਗ ਅਤੇ ਫ੍ਰੀ ਕੈਸ਼ ਫਲੋ, ਹੈ ਨਾ। ਓਪਰੇਟਿੰਗ ਕੈਸ਼ ਫਲੋ ਜਿਹੜਾ Q1 2022 ਦੇ ਵਿੱਚ 35 ਮਿਲੀਅਨ ਸੀ, ਉਹ ਵੱਧ ਕੇ ਇਸ ਕੁਆਟਰ ਦੇ ਵਿੱਚ 187 ਮਿਲੀਅਨ ਹੋ ਗਿਆ ਹੈ, 187 ਮਿਲੀਅਨ, ਜੋ ਕਿ ਆਲਮੋਸਟ 6 ਟਾਈਮਸ ਹੋ ਗਿਆ ਹੈ ਨਾ Q1 2022 ਦੇ ਨਾਲੋਂ। ਜੇ ਇਸੇ ਤਰ੍ਹਾਂ ਕੰਪਨੀ ਆਪਣਾ ਲਾਈਕ ਓਪਰੇਟਿੰਗ ਕੈਸ਼ ਫਲੋ ਅਤੇ ਫ੍ਰੀ ਕੈਸ਼ ਫਲੋ, ਓਪਰੇਟਿੰਗ ਕੈਸ਼ ਅਤੇ ਫ੍ਰੀ ਕੈਸ਼ ਫਲੋ ਇਨਕਰੀਜ਼ ਕਰਦੀ ਰਹੀ ਤਾਂ ਆਉਣ ਵਾਲੇ ਲਾਈਕ ਨੈਕਸਟ 5 ਈਅਰਸ 'ਚ ਦੇਖੋ ਕਿ ਕੰਪਨੀ ਅਰਾਊਂਡ ਓਵਰ 1 ਬਿਲੀਅਨ ਦੇ ਲਾਈਕ 1 ਬਿਲੀਅਨ ਜਾਂ 2 ਬਿਲੀਅਨ ਦੇ ਨੀਅਰ ਅਬਾਊਟ ਜਿਹੜਾ ਫ੍ਰੀ ਕੈਸ਼ ਫਲੋ ਆ ਉਹ ਲਾਈਕ ਜਨਰੇਟ ਕਰੇਗੀ। ਸੋ ਕੰਪਨੀ ਆ ਜਿਹੜੀ ਉਹ ਬਹੁਤ ਹੀ ਚੰਗੀ ਤਰ੍ਹਾਂ, ਬਹੁਤ ਹੀ ਅੱਛੀ ਤਰ੍ਹਾਂ ਗਰੋ ਕਰ ਰਹੀ ਆ। ਅਤੇ ਮੈਨੂੰ ਵੀ ਲੱਗਦਾ ਹੈ, ਮਤਲਬ ਮੇਰਾ ਮੰਨਣਾ ਹੈ ਕਿ ਕੰਪਨੀ ਦਾ ਜਿਹੜਾ ਫਿਊਚਰ ਆ ਉਹ ਬਰਾਈਟ ਆ। ਜੇ ਹੁਣ ਆਪਾਂ ਓਪਰੇਟਿੰਗ ਇਨਕਮ ਦੀ ਗੱਲ ਕਰੀਏ ਤਾਂ ਉਹ ਵੀ ਅਰਾਊਂਡ 24% ਆ, ਲਾਈਕ 125 ਮਿਲੀਅਨ ਆ, ਹੈ ਨਾ। ਐਨੀਥਿੰਗ ਜੇ ਓਵਰ 15% ਆ, ਲਾਈਕ ਓਵਰ 15% ਆ, ਤਾਂ ਉਹ ਬਹੁਤ ਹੀ ਅੱਛਾ ਨੰਬਰ ਹੁੰਦਾ। ਬਟ ਲਾਈਕ ਜਿਹੜੀ ਪਲੈਂਟੀਅਰ ਆ ਉਹ ਤਾਂ ਅਰਾਊਂਡ 24% 25% ਦੇ ਉੱਤੇ ਫਿਰਦੀ ਆ। ਸੋ ਇਹ ਵੀ ਇੱਕ ਬਹੁਤ ਹੀ ਚੰਗਾ ਸਾਈਨ ਹੈ। ਹੁਣ ਆਪਾਂ ਇਹਨਾਂ ਦੀ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਕੰਪਨੀ ਦੇ ਮਤਲਬ ਨੈਕਸਟ ਕੁਆਟਰ ਅਤੇ ਫੁੱਲ ਈਅਰ ਦੀ ਗਾਈਡੈਂਸ ਆ ਉਹ ਕੀ ਆ। ਹੁਣ ਨੈਕਸਟ ਈਅਰ ਕੰਪਨੀ ਜਿਹੜੀ ਐਕਸਪੈਕਟ ਕਰ ਰਹੀ ਆ ਉਹ ਆਪਣਾ ਰੈਵਨਿਊ 528 ਮਿਲੀਅਨ ਤੋਂ ਲੈ ਕੇ 532 ਮਿਲੀਅਨ ਦੇ ਵਿੱਚ ਐਕਸਪੈਕਟ ਕਰ ਰਹੀ ਆ, ਹੈ ਨਾ। ਅਤੇ ਐਡਜਸਟਡ ਇਨਕਮ ਆ ਜਿਹੜੀ ਉਹ ਵੀ ਅਰਾਊਂਡ 118 ਮਿਲੀਅਨ ਤੋਂ ਲੈ ਕੇ ਅਰਾਊਂਡ 122 ਮਿਲੀਅਨ ਤੱਕ ਐਕਸਪੈਕਟ ਕਰ ਰਹੀ ਆ। ਸੋ ਓਪਰੇਟਿੰਗ ਇਨਕਮ ਆ ਜਿਹੜੀ ਉਹ ਥੋੜ੍ਹੀ ਜਿਹੀ ਡਿਕਰੀਜ਼ ਹੋਣੀ ਆ ਲਾਈਕ ਨੈਕਸਟ ਕੁਆਟਰ ਦੇ ਵਿੱਚ। ਬਟ ਜੇ ਆਪਾਂ ਉਹਨਾਂ ਦੀ ਫੁੱਲ ਈਅਰ ਗਾਈਡੈਂਸ ਦੇਖੀਏ ਤਾਂ ਉਹ ਉਹਨਾਂ ਨੇ ਇਨਕਰੀਜ਼ ਹੀ ਕੀਤੀ ਆ। ਅਤੇ ਰੈਵਨਿਊ ਉਹ ਐਕਸਪੈਕਟ ਕਰ ਰਹੇ ਆ ਇਸ ਸਾਲ ਦੇ ਵਿੱਚ 2.1 ਬਿਲੀਅਨ ਤੋਂ ਲੈ ਕੇ 2.235 ਬਿਲੀਅਨ ਦਾ, ਹੈ ਨਾ। ਅਤੇ ਐਡਜਸਟਡ ਇਨਕਮ ਹੈਗੀ ਆ ਉਹ ਵੀ ਇਹਨਾਂ ਨੇ ਇਨਕਰੀਜ਼ ਕੀਤੀ ਆ, ਲਾਈਕ ਇਹ ਐਕਸਪੈਕਟ ਕਰ ਰਹੇ ਆ 506 ਮਿਲੀਅਨ ਤੋਂ ਲੈ ਕੇ 556 ਮਿਲੀਅਨ ਦੇ ਵਿੱਚ। ਜੇ ਆਪਾਂ ਇਹਨਾਂ ਦੀ ਲਾਸਟ ਕੁਆਟਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਉਸ ਦੇ ਵਿੱਚ ਇਹਨਾਂ ਦੀ ਗਾਈਡੈਂਸ ਸੀਗੀ ਜਿਹੜੀ ਇਨਕਮ ਲਾਈਕ ਓਪਰੇਟਿੰਗ ਇਨਕਮ ਸੀ ਇਹ 481 ਮਿਲੀਅਨ ਟੂ 531 ਮਿਲੀਅਨ ਐਕਸਪੈਕਟ ਕਰ ਰਹੇ ਸੀ। ਬਟ ਰਾਈਟ ਨਾਓ ਇਹਨਾਂ ਨੇ ਇਹ ਵੀ ਇਨਕਰੀਜ਼ ਕਰਤੀ ਹੈ ਕਿ ਇਹ ਜਿਹੜੀ ਇਨਕਮ ਆ ਉਹ ਲਾਈਕ ਮੋਰ ਐਕਸਪੈਕਟ ਕਰ ਰਿਹਾ, ਜਿਹੜੀ ਕਿ ਇਹਨਾਂ ਨੇ ਲਾਸਟ ਕੁਆਟਰ ਅਨਾਊਂਸ ਕੀਤੀ ਸੀ। ਸੋ ਹੁਣ ਇਹ ਨੰਬਰ ਵੱਧ ਕੇ 506 ਮਿਲੀਅਨ ਤੋਂ 556 ਮਿਲੀਅਨ ਆ ਇਹ ਐਕਸਪੈਕਟ ਕਰ ਰਿਹਾ। ਅਤੇ ਹੁਣ ਆਪਾਂ ਕੰਪਨੀ ਦੀ ਜਿਹੜੀ ਲਾਈਕ ਫਾਈਨੈਂਸ਼ੀਅਲ ਕੰਡੀਸ਼ਨ ਆ, ਹੈ ਨਾ, ਆਪਾਂ ਉਹਦੇ ਉੱਤੇ ਵੀ ਗੱਲ ਕਰ ਲੈਂਦੇ ਹਾਂ। ਅਤੇ ਕੰਪਨੀ ਦੇ ਵਿੱਚ ਕੀ ਚੰਗਾ ਹੈ ਅਤੇ ਕੀ ਬੁਰਾ ਆ ਆਪਾਂ ਉਹ ਵੀ ਡਿਸਕਸ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਪਨੀ ਦੇ ਜਿਹੜੇ ਫਾਈਨੈਂਸ਼ੀਅਲਸ ਨੇ ਕਿ ਫਾਈਨੈਂਸ਼ੀਅਲੀ ਕੰਪਨੀ ਦੀ ਕੀ ਸਟੇਟਸ ਹੈ ਰਾਈਟ ਨਾਓ। ਜੇ ਆਪਾਂ ਗੱਲ ਕਰੀਏ ਇਸ ਕੁਆਟਰ ਦੇ ਵਿੱਚ ਕੰਪਨੀ ਨੇ ਜਿਹੜਾ, ਮੈਨੂੰ ਥੋੜ੍ਹਾ ਜ਼ੂਮ ਕਰ ਲੈਣ ਦਿਓ, ਟੋਟਲ ਰੈਵਨਿਊ ਹੋਇਆ ਉਹ ਕੁਆਟਰ ਓਵਰ ਕੁਆਟਰ ਜੇ ਤੁਸੀਂ ਕੰਪਨੀ ਦਾ ਚੈੱਕ ਕਰੋ ਤਾਂ ਉਹ ਇਨਕਰੀਜ਼ ਹੀ ਹੁੰਦਾ ਜਾ ਰਿਹਾ ਹੈ ਰਾਈਟ ਨਾਓ। ਲਾਈਕ ਪਿਛਲੇ ਕੁਆਟਰ ਨਾਲੋਂ ਵੀ ਇਹਨਾਂ ਨੇ ਅਰਾਊਂਡ ਆਪਣਾ ਜਿਹੜਾ ਹੈਗਾ ਆ 17 ਮਿਲੀਅਨ ਰੈਵਨਿਊ ਆ ਇਨਕਰੀਜ਼ ਕੀਤਾ ਆ। ਅਤੇ ਓਪਰੇਟਿੰਗ ਜਿਹੜਾ ਕਾਸਟ ਆਫ ਰੈਵਨਿਊ ਆ ਉਹ ਵੀ ਅਰਾਊਂਡ 3 ਮਿਲੀਅਨ ਹੀ ਇਨਕਰੀਜ਼ ਹੋਇਆ। ਅਤੇ ਹੁਣ ਆਪਾਂ ਇਹਨਾਂ ਗਰੋਸ ਪ੍ਰੋਫਿਟ ਦੇਖ ਲਈਏ ਤਾਂ ਉਹ ਹੋ ਗਿਆ 81% ਅਰਾਊਂਡ 417 ਮਿਲੀਅਨ। ਅਤੇ ਇਹਨਾਂ ਦੇ ਜਿਹੜੇ ਟੋਟਲ ਓਪਰੇਟਿੰਗ ਐਕਸਪੈਂਸਿਸ ਨੇ ਉਹ ਹੈਗੇ 413 ਮਿਲੀਅਨ। ਅਤੇ ਇਹ ਸਾਰਾ ਕਟਾ ਕੇ ਜਿਹੜੀ ਨੈਟ ਇਨਕਮ ਹੋਈ ਆ ਉਹ 4 ਮਿਲੀਅਨ ਹੋਈ ਆ ਇਸ ਕੁਆਟਰ ਦੇ ਵਿੱਚ। ਜੇ ਹੁਣ ਤੁਸੀਂ ਇੱਥੇ ਆਹ ਨੰਬਰ ਚੈੱਕ ਕਰੋ ਨਾ ਤਾਂ ਲਾਈਕ ਫਸਟ ਕੁਆਟਰ ਦੇ ਵਿੱਚ ਇਹਨਾਂ ਨੇ ਓਪਰੇਟਿੰਗ ਇਨਕਮ ਆ ਜਿਹੜੀ ਉਹ ਲਾਸ ਦੇ ਵਿੱਚ ਸ਼ੋਅ ਕੀਤੀ ਸੀ 39 ਮਿਲੀਅਨ। ਉਸ ਤੋਂ ਬਾਅਦ ਇਹ ਵਧੀ, ਹੈ ਨਾ, ਕੁਆਟਰ 3 2022 ਦੇ ਵਿੱਚ 60 ਮਿਲੀਅਨ ਸੀ। ਬਟ ਉਸ ਤੋਂ ਬਾਅਦ ਦੇਖੋ ਕੁਆਟਰ ਲਾਸਟ ਕੁਆਟਰ, ਹੈ ਨਾ, ਜਿਹੜਾ ਸੀਗਾ ਲਾਸਟ ਈਅਰ ਦਾ ਉਹਦੇ ਵਿੱਚ ਇਹਨਾਂ ਨੇ -17 ਮਿਲੀਅਨ ਸੀ। ਬਟ ਇਸ ਸਾਲ
ਇਸ ਕੁਆਟਰ ਦੇ ਵਿੱਚ ਇਹ ਪ੍ਰੋਫਿਟ ਦੇ ਵਿੱਚ ਆ ਗਿਆ। ਅਤੇ ਇਹਨਾਂ ਨੇ ਇਹ ਅਨਾਊਂਸ ਵੀ ਕੀਤਾ ਹੈ, ਜਿਹੜਾ ਇਹਨਾਂ ਦਾ CEO ਐਲੈਕਸ ਕਾਰਪ, ਉਹਨੇ ਕਿਹਾ ਵੀ ਅਸੀਂ ਇਹ ਪੂਰਾ ਸਾਲ ਪ੍ਰੋਫਿਟ ਦੇ ਵਿੱਚ ਹੀ ਰਹਾਂਗੇ। ਇਹੀ ਇੱਕ ਮੇਨ ਰੀਜ਼ਨ ਸੀ ਜਿਹਦੇ ਕਰਕੇ ਸਟਾਕ ਨੇ ਐਡੀ ਉੱਚੀ ਛਾਲ ਮਾਰੀ ਹੈ ਅਤੇ ਉਹ ਡਬਲ ਹੋ ਗਿਆ ਹੈ। ਜੇ ਹੁਣ ਆਪਾਂ ਇਹਨਾਂ ਦੀ ਨੈੱਟ ਇਨਕਮ ਦੀ ਗੱਲ ਕਰੀਏ ਤਾਂ ਨੈੱਟ ਇਨਕਮ ਆਈ ਆ 16 ਮਿਲੀਅਨ ਇਸ ਕੁਆਟਰ ਦੇ ਵਿੱਚ, ਜੋ ਕਿ ਗੁੱਡ ਨੰਬਰ ਹੈ ਕਿਉਂਕਿ ਇਹ ਐਟ ਲਾਸਟ ਪਲੱਸ ਦੇ ਵਿੱਚ ਆ ਗਿਆ। ਇਹ 16 ਮਿਲੀਅਨ ਇਸ ਲਈ ਆਈ ਹੈ ਕਿਉਂਕਿ ਇਹਨਾਂ ਨੇ ਕੁਛ ਲਾਈਕ ਆਪਣੀਆਂ ਜਿਹੜੀ ਮਨੀ ਆ ਉਹ ਇਨਵੈਸਟ ਕੀਤੀ ਹੁੰਦੀ ਆ ਨਾ, ਅਤੇ ਉਹਦੇ ਉੱਤੇ ਜਾਂ ਇਹਨਾਂ ਦਾ ਜਿਹੜਾ ਕੈਸ਼ ਹੈ, ਕੈਸ਼ ਦੇ ਉੱਤੇ ਇਹਨਾਂ ਨੂੰ ਬੈਂਕਾਂ ਵੱਲੋਂ ਇੰਟਰਸਟ ਵਗੈਰਾ ਮਿਲਦਾ ਆ, ਤਾਂ ਇਸ ਕਰਕੇ ਉਹ ਸਾਰਾ ਐਡ ਅਪ ਕਰਕੇ ਨਈ ਜਿਹੜੀ ਨੈੱਟ ਇਨਕਮ ਹੋਈ ਆ ਇਸ ਕੁਆਟਰ ਦੇ ਵਿੱਚ ਉਹ 16 ਮਿਲੀਅਨ ਹੋਈ ਆ। ਅਤੇ ਇਹਨਾਂ ਦਾ ਇੱਕ ਨੈਗੇਟਿਵ ਪੁਆਇੰਟ ਇਹ ਆ ਜਿਹੜੇ ਇਹਨੇ, ਕਿਉਂਕਿ ਇਹ ਲਾਈਕ ਸਟਾਕ ਬੇਸ ਕੰਪਨਸੇਸ਼ਨ ਆ ਜਿਹੜੀ ਉਹ ਬਹੁਤ ਦਿੰਦੇ ਆ, ਅਤੇ ਜੇ ਤੁਸੀਂ ਦੇਖੋਗੇ ਕਿ ਇਹਨਾਂ ਦਾ ਜਿਹੜਾ ਸ਼ੇਅਰ ਕਾਊਂਟ ਆ ਉਹ ਵੀ ਇਨਕਰੀਜ਼ ਹੋਇਆ ਆਲਮੋਸਟ ਲਾਈਕ ਲਾ ਲਓ ਤੁਸੀਂ 14,000 ਸ਼ੇਅਰ ਜਿਹੜੇ ਹੈਗੇ ਆ ਉਹ ਇਹਨਾਂ ਨੇ ਹੋਰ ਇਸ ਵਾਰ ਦਿੱਤੇ ਆ। ਮਤਲਬ ਇੱਕ ਤਰ੍ਹਾਂ ਦੀ ਇਹ ਡਾਇਲੂਸ਼ਨ ਹੀ ਹੋ ਗਈ ਆ, ਕਿਉਂਕਿ ਜੋ ਸ਼ੇਅਰ ਕਾਊਂਟ ਹੈਗਾ ਜਿਹੜਾ ਉਹ ਵੱਧਦਾ ਜਾਂਦਾ ਤਾਂ ਆਪਾਂ ਨੇ ਜਿਹੜੀ ਲਾਈਕ ਜਿਹੜੀ ਆਪਣੀ ਸਟਾਕ ਦੀ ਵੈਲਿਊ ਆ ਉਹ ਘਟਦੀ ਜਾਂਦੀ ਹੈ ਨਾ। ਇਹ ਇੱਕ ਰੈੱਡ ਫਲੈਗ ਹੈ ਇਸ ਕੰਪਨੀ ਦੇ ਵਿੱਚ, ਹੈ ਨਾ। ਪਰ ਹੁਣ ਆਪਾਂ ਇਹਨਾਂ ਦੀ ਬੈਲੈਂਸ ਸ਼ੀਟ ਚੈੱਕ ਕਰ ਲੈਂਦੇ ਹਾਂ ਨਾ। ਬੈਲੈਂਸ ਸ਼ੀਟ ਲਾਸਟ ਕੁਆਰਟਰ ਦੀ ਦੇਖੀ ਆਪਾਂ, ਤਾਂ ਰਾਈਟ ਨਾਓ ਇਹਨਾਂ ਦੇ ਕੋਲ ਹੈਗਾ ਜਿਹੜਾ ਟੋਟਲ ਕੈਸ਼ ਹੈਗਾ ਉਹ ਅਰਾਊਂਡ 3 ਬਿਲੀਅਨ ਆ, ਅਤੇ ਜਿਹਦੇ ਵਿੱਚੋਂ ਕੈਸ਼ ਅਤੇ ਕੈਸ਼ ਇਕੁਇਵਲੈਂਟ ਹੈਗਾ ਉਹ 1.2 ਬਿਲੀਅਨ ਆ, ਅਤੇ ਜਿਹੜਾ ਸ਼ਾਰਟ ਟਰਮ ਇਨਵੈਸਟਮੈਂਟ ਆ ਉਹ ਹੈਗੀ ਆ 1.6 ਬਿਲੀਅਨ ਦੇ ਉੱਤੇ, ਅਤੇ ਟੋਟਲ ਜਿਹੜੇ ਕੰਪਨੀ ਦੇ ਕਰੰਟ ਐਸੈਟਸ ਨੇ ਉਹ 3.2 ਬਿਲੀਅਨ ਨੇ। ਸੋ ਇਹ ਵੀ ਨੰਬਰ ਵੀ ਜੇ ਤੁਸੀਂ ਕੁਆਰਟਰ ਓਵਰ ਕੁਆਰਟਰ ਦੇਖੋ ਤਾਂ ਇਨਕਰੀਜ਼ ਹੀ ਹੁੰਦਾ ਜਾ ਰਿਹਾ। ਸੋ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਕੰਪਨੀ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ। ਜੇ ਇੱਥੇ ਹੁਣ ਤੁਸੀਂ ਆਪਾਂ ਕੈਸ਼ ਵੀ ਚੈੱਕ ਕਰੀਏ ਤਾਂ ਕੈਸ਼ ਵੀ ਕੁਆਰਟਰ ਓਵਰ ਕੁਆਰਟਰ ਹੈ ਜਿਹੜਾ ਉਹ ਇਨਕਰੀਜ਼ ਹੀ ਹੁੰਦਾ ਜਾ ਰਿਹਾ ਆ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਟੋਟਲ ਐਸੈਟਸ ਦੀ। ਜਿਹੜੇ ਟੋਟਲ ਕੰਪਨੀ ਦੇ ਐਸੈਟਸ ਨੇ ਉਹ 3.6 ਬਿਲੀਅਨ ਨੇ। ਇਹ ਵੀ ਕੁਆਰਟਰ ਓਵਰ ਕੁਆਰਟਰ ਈਅਰ ਓਵਰ ਈਅਰ ਵੱਧਦੇ ਹੀ ਜਾ ਰਿਹਾ। ਸੋ ਇਹ ਕੰਪਨੀ ਲਈ ਇੱਕ ਬਹੁਤ ਹੀ ਚੰਗਾ ਸਾਈਨ ਆ। ਜੇ ਹੁਣ ਆਪਾਂ ਇਹਨਾਂ ਦੀ ਟੋਟਲ ਲਾਈਬਿਲਿਟੀਜ਼ ਦੇਖੀਏ ਤਾਂ ਟੋਟਲ ਜਿਹੜੀਆਂ ਕਰੰਟ ਲਾਈਬਿਲਿਟੀਜ਼ ਨੇ, ਹੈ ਨਾ, ਜੋ ਵੀ ਕੰਪਨੀ ਨੇ ਰਾਈਟ ਨਾਓ ਪੇ ਕਰਨਾ ਹੈ, ਉਹ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਦੀ ਸਟੱਡੀ ਹੀ ਇੰਨਾ ਵੱਧ ਰਹੀਆਂ ਨੇ, ਇੰਨਾ ਘੱਟ ਰਹੀਆਂ ਨੇ, ਹੈ ਨਾ। ਇਹ ਵੀ ਇੱਕ ਚੰਗਾ ਸਾਈਨ ਆ। ਇੱਕ ਗੱਲ ਜੇ ਤੁਸੀਂ ਹੋਰ ਨੋਟ ਕਰੋ ਤਾਂ ਜਿਹੜੀ ਕੰਪਨੀ ਦੀਆਂ ਟੋਟਲ ਲਾਈਬਿਲਿਟੀਜ਼ ਨੇ, ਹੈ ਨਾ, ਮਤਲਬ ਟੋਟਲ ਕੰਪਨੀ ਦੇ ਉੱਤੇ ਜੋ ਵੀ ਲਾਈਕ ਲੋਨ ਵਗੈਰਾ ਹੈ ਜਾਂ ਸਾਰਾ ਕੁਛ ਆ, ਤਾਂ ਉਹ ਹੈਗਾ 879 ਮਿਲੀਅਨ। ਜੇ ਆਪਾਂ ਹੁਣ ਕੰਪਨੀ ਕੋਲ ਕੈਸ਼ ਇਕੱਲਾ ਚੈੱਕ ਕਰੀਏ ਤਾਂ ਕੰਪਨੀ ਕੋਲ ਕੈਸ਼ ਹੀ ਅਰਾਊਂਡ 3 ਬਿਲੀਅਨ ਆ। ਸੋ ਕੰਪਨੀ ਦੀ ਲਾਈਬਿਲਿਟੀਆਂ ਨਾਲੋਂ 3 ਗੁਣਾ ਜ਼ਿਆਦਾ ਕੰਪਨੀ ਦੇ ਕੋਲ ਰਾਈਟ ਨਾਓ ਕੈਸ਼ ਆ। ਸੋ ਇਹ ਇੱਕ ਲਾਈਕ ਚੰਗੀ ਗੱਲ ਆ, ਹੈ ਨਾ, ਕਿਉਂਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਨਹੀਂ ਹੈਗੀ ਆ, ਅਤੇ ਕੰਪਨੀ ਬਹੁਤ ਹੀ ਚੰਗਾ ਪਰਫੋਰਮ ਕਰ ਰਹੀ ਆ। ਹੁਣ ਇਹੀ ਆਪਾਂ ਗੱਲ ਕਰਦੇ ਹਾਂ, ਹੁਣ ਆਪਾਂ ਕੰਪਨੀ ਦਾ ਕੈਸ਼ ਫਲੋ ਦੇਖਦੇ ਹਾਂ, ਕਿਉਂਕਿ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹੜੀ ਕੰਪਨੀ ਦੇ ਵਿੱਚ, ਉਹ ਕੈਸ਼ ਫਲੋ ਹੀ ਹੁੰਦਾ ਹੈ। ਜੇ ਹੁਣ ਆਪਾਂ ਲਾਸਟ ਕੁਆਰਟਰ ਦਾ ਕੈਸ਼ ਫਲੋ ਦੇਖੀਏ ਤਾਂ ਇਹਨਾਂ ਨੇ 16 ਮਿਲੀਅਨ ਹੈਗੀ ਆ ਜਿਹੜੀ ਉਹ ਆਪਣੀ ਪ੍ਰੋਫਿਟ ਦੇ ਵਿੱਚ ਨੇ ਨੈੱਟ ਇਨਕਮ ਰਹੀ ਆ, ਹੈ ਨਾ। ਅਤੇ ਜੇ ਹੁਣ ਆਪਾਂ ਚੈੱਕ ਕਰ ਲਈਏ ਜਿਹੜਾ ਨੈੱਟ ਕੈਸ਼ ਬਾਏ ਆਪਰੇਟਿੰਗ ਐਕਟੀਵਿਟੀਜ਼ ਕੰਪਨੀ ਨੇ ਜਨਰੇਟ ਕੀਤਾ ਉਹ 187 ਮਿਲੀਅਨ ਆ। ਸੋ ਜੇ ਆਪਾਂ ਪਿਛਲੇ ਕੁਆਰਟਰਸ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਲਾਸਟ ਕੁਆਰਟਰ 2022 ਦੇ ਵਿੱਚ ਸਿਰਫ 35 ਮਿਲੀਅਨ ਸੀ। ਇਸ ਤੋਂ ਆਲਮੋਸਟ 6 ਟਾਈਮਸ ਹੋ ਗਿਆ ਹੈ ਨਾ। ਰਾਈਟ ਨਾਓ ਇਸ ਕੁਆਰਟਰ ਦੇ ਵਿੱਚ 187 ਮਿਲੀਅਨ ਹੋ ਗਿਆ ਹੈ। ਹੁਣ ਇਹਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਕਿ ਕੰਪਨੀ ਨੇ ਜਿਹੜਾ ਲਾਈਕ ਕੰਪਨੀ ਨੇ ਜਿਹੜੀਆਂ ਆਪਰੇਟਿੰਗ ਮਤਲਬ ਕੰਪਨੀ ਨੇ ਜਿਹੜੇ ਇਨਵੈਸਟਮੈਂਟਸ ਵਗੈਰਾ ਕੀਤੀਆਂ ਨੇ ਉਹ ਕਿੰਨੇ ਦੀਆਂ ਕੀਤੀਆਂ ਨੇ। ਜਿਵੇਂ ਕੰਪਨੀ ਦਾ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ, ਜਿਹੜੇ ਪਰਚੇਜ਼ ਆਫ ਇਨਵੈਸਟਮੈਂਟ ਆ ਕੰਪਨੀ ਨੂੰ 2.3 ਬਿਲੀਅਨ ਦਾ ਕੀਤਾ ਹੈ। ਹੁਣ ਜੇ ਆਪਾਂ ਇੱਥੇ ਹਿਸਾਬ ਲਾ ਲਈਏ ਕੰਪਨੀ 2.3 ਬਿਲੀਅਨ ਕੈਸ਼ ਹੈ ਜਿਹੜਾ ਉਹ ਕਿਤੇ ਹੋਰ ਇਨਵੈਸਟ ਕੀਤਾ ਹੈ, ਜਿਹਦੇ ਉੱਤੇ ਕੰਪਨੀ ਨੂੰ ਇੰਟਰਸਟ ਆਊਗੀ ਜਾਂ ਕੋਈ ਕੈਪੀਟਲ ਗੇਨ ਵਗੈਰਾ ਹੋਏਗਾ, ਜਾਂ ਜਿਵੇਂ ਬੇਸਿਕਲੀ ਕੰਪਨੀ ਨੇ ਮੈਨੂੰ ਲੱਗਦਾ ਹੈ ਜਿਹੜੇ US ਸਿਕਿਉਰਿਟੀ ਡਿਪੋਜ਼ਿਟਸ ਨੇ, ਹੈ ਨਾ, ਉਹੀ ਖਰੀਦੇ ਨੇ, ਜਿਹਦੇ ਉੱਤੇ 4 ਤੋਂ ਲੈ ਕੇ 5% ਦੇ ਉੱਤੇ, ਹੈ ਨਾ, ਰਾਈਟ ਨਾਓ ਜਿੱਦਾਂ ਆਪਾਂ ਜਿਹਨਾਂ ਨੂੰ ਬੌਂਡ ਕਹਿੰਦੇ ਹਾਂ ਨਾ, ਬੌਂਡਸ ਦੇ ਉੱਪਰ ਜਿਵੇਂ US ਬੌਂਡਸ ਨੇ ਉਹ ਰਾਈਟ ਨਾਓ US ਗਵਰਨਮੈਂਟ ਆ ਜਿਹੜੀ ਉਹ ਤੁਹਾਨੂੰ 4 to 5% ਤੱਕ ਦੀ ਰਿਟਰਨ ਦੇ ਰਹੀ ਹੈ। ਜੇ ਹੁਣ ਆਪਾਂ ਇਹੀ ਨੰਬਰ ਨੂੰ ਕੈਲਕੂਲੇਟ ਕਰ ਲਈਏ 2.3 ਬਿਲੀਅਨ ਨੂੰ, ਹੈ ਨਾ, ਇਹਦੇ ਉੱਤੇ ਮੈਨੂੰ ਕੈਲਕੂਲੇਟਰ ਖੋਲ੍ਹ ਦਿਓ। ਰਾਈਟ ਨਾਓ ਕੰਪਨੀ ਨੇ ਜਿਹੜਾ
2.3 ਬਿਲੀਅਨ ਹੈ ਜਿਹੜਾ ਉਹ ਇਨਵੈਸਟ ਕੀਤਾ ਆ। ਸੋ ਕੰਪਨੀ ਨੇ 2.3 ਬਿਲੀਅਨ ਜਿਹੜਾ ਇਨਵੈਸਟ ਕੀਤਾ ਹੈ। ਜੇ ਉਹਦੇ ਉੱਤੇ ਆਪਾਂ 5% ਦੀ ਰਿਟਰਨ ਵੀ ਲਾਈਏ ਤਾਂ ਆਪਾਂ ਇੱਥੇ ਨੰਬਰ ਚੈੱਕ ਕਰਦੇ ਹਾਂ। ਜ਼ੀਰੋ ਕਾਊਂਟ ਕਰਨੀਆਂ ਬਹੁਤ ਔਖੀਆਂ ਨੇ। ਸੋ 1 2 3 4 ਸੋ ਇਹ ਹੋ ਗਿਆ 2.3 ਬਿਲੀਅਨ। ਜੇ ਇਹਦੇ ਉੱਤੇ ਕੰਪਨੀ 5% ਦੀ ਰਿਟਰਨ ਵੀ ਪਾਉਂਦੀ ਆ ਤਾਂ 0.05 ਤਾਂ ਕੰਪਨੀ ਇਸ ਸਾਲ ਦੇ ਵਿੱਚ 115 ਮਿਲੀਅਨ 115 ਮਿਲੀਅਨ ਤਾਂ ਸਿਰਫ ਆਪਣੀ ਇਨਵੈਸਟਮੈਂਟ ਤੋਂ ਹੀ ਅਰਨ ਕਰ ਲਏਗੀ। ਸੋ ਇਹ ਵੀ ਇੱਕ ਬਹੁਤ ਹੀ ਚੰਗਾ ਸਾਈਨ ਹੈ ਕਿ ਕੰਪਨੀ ਜਿਹੜਾ ਉਹਦਾ ਕੈਸ਼ ਆ ਉਹਦੇ ਉੱਤੇ ਬੈਠੀ ਨਹੀਂ ਆ, ਉਹਨੂੰ ਲਾਈਕ ਯੂਟੀਲਾਈਜ਼ ਕਰ ਰਹੀ ਆ, ਉਹਨੂੰ ਅੱਗੇ ਇਨਵੈਸਟ ਕਰ ਰਹੀ ਹੈ ਤਾਂ ਕਿ ਉਸ ਦੇ ਉੱਤੋਂ ਵੀ ਕੰਪਨੀ ਜਿਹੜੀ ਹੈਗੀ ਆ ਉਹ ਅਰਨਿੰਗ ਕਰ ਸਕੇ, ਹੈ ਨਾ। ਸੋ ਮਤਲਬ ਉਹਨਾਂ ਦਾ ਜਿਹੜਾ ਕੈਸ਼ ਆ ਉਹ ਵੀ ਯੂਟੀਲਾਈਜ਼ ਹੋ ਰਿਹਾ ਹੈ, ਉਹਨਾਂ ਨੇ ਕਿਤੇ ਨਾ ਕਿਤੇ ਇਨਵੈਸਟ ਕਰ ਰੱਖਿਆ। ਹੁਣ ਜੇ ਆਪਾਂ ਚੈੱਕ ਕਰੀਏ ਇੱਥੇ ਕੰਪਨੀ ਨੇ ਜਿਹੜਾ ਲਾਈਕ ਕੈਸ਼ ਸੀਗਾ ਉਹਦੇ ਵਿੱਚ ਇਸ ਕੁਆਰਟਰ ਦੇ ਵਿੱਚ 260 ਮਿਲੀਅਨ 260 ਮਿਲੀਅਨ ਕੈਸ਼ ਹੈ ਜਿਹੜਾ ਉਹ ਇਨਕਰੀਜ਼ ਹੋਇਆ। 260 ਮਿਲੀਅਨ ਇੱਦਾਂ ਇਨਕਰੀਜ਼ ਹੋਇਆ ਕਿਉਂਕਿ ਕੰਪਨੀ ਨੇ ਜਿਹੜਾ ਆਪਰੇਟਿੰਗ ਕੈਸ਼ ਫਲੋ ਆ ਉਹ ਅਰਾਊਂਡ ਆਪਣਾ ਮਤਲਬ ਜਿਹੜਾ ਆਪਰੇਟਿੰਗ ਕੈਸ਼ ਫਲੋ ਆ ਉਹ ਜਨਰੇਟ ਕੀਤਾ 187 ਮਿਲੀਅਨ, ਹੈ ਨਾ। ਅਤੇ ਉਹਦੇ ਵਿੱਚੋਂ ਕੈਪੀਟਲ ਐਕਸਪੈਂਡੀਚਰ ਕੱਢ ਕੇ ਜਿਹੜਾ ਫਰੀ ਕੈਸ਼ ਫਲੋ ਆ ਉਹ ਕੰਪਨੀ ਦਾ ਆਇਆ 182 ਮਿਲੀਅਨ। ਸੋ ਇਹ ਜੋ ਕਿ ਆਪਾਂ ਨੇ ਪਿੱਛੇ ਚੈੱਕ ਕੀਤਾ ਜੀ 36% ਮਾਰਜਨ ਆ, ਜੋ ਕਿ ਇੱਕ ਬਹੁਤ ਹੀ ਚੰਗਾ ਨੰਬਰ। ਹੁਣ ਜੇ ਆਪਾਂ ਕੈਸ਼ ਦੇਖ ਲਿਆ ਨਾ, ਕੰਪਨੀ ਕੋਲ ਕੈਸ਼ ਸੀ ਜਿਹੜਾ ਉਹ ਸਟਾਰਟਿੰਗ ਦੇ ਵਿੱਚ 2.6 ਬਿਲੀਅਨ ਸੀ, ਅਤੇ ਕੈਸ਼ ਹੈਗਾ ਜਿਹੜਾ ਐਂਡ ਆਫ ਲਾਈਕ ਆਹ ਪੀਰੀਅਡ ਤੋਂ, ਹੈ ਨਾ, ਕੁਆਟਰ 1 2023 'ਚ ਉਹ 1.288 ਮਿਲੀਅਨ ਜਿਹੜਾ ਸਿਰਫ ਕੈਸ਼ ਦੇ ਵਿੱਚ ਕੰਪਨੀ ਕੋਲ ਪਿਆ ਹੈ। ਇਹ ਘਟਿਆ ਇਸ ਲਈ ਹੈ ਕਿ ਕੰਪਨੀ ਨੇ ਇਸ ਕੁਆਟਰ ਦੇ ਵਿੱਚ 1.554 ਬਿਲੀਅਨ 1.5 ਬਿਲੀਅਨ ਹੈ ਜਿਹੜਾ ਉਹ ਇਨਵੈਸਟ ਕੀਤਾ ਹੈ। ਹੁਣ ਜੇ ਆਪਾਂ ਇਹੀ ਦੇਖ ਲਈਏ ਵੀ ਕੰਪਨੀ ਨੇ ਇਨਵੈਸਟ ਕਿੱਥੇ ਕੀਤਾ, ਉਹਦੀ ਵੀ ਮੈਂ ਇੱਕ ਸਲਾਈਡ ਖੋਲ੍ਹ ਕੇ ਰੱਖੀ ਹੈ, ਮੈਂ ਤੁਹਾਨੂੰ ਸ਼ੋਅ ਕਰਦਾ ਹਾਂ ਵੀ ਕੰਪਨੀ ਨੇ ਆਪਣੇ ਜਿਹੜੇ ਮਨੀ ਆ ਉਹ ਕਿੱਥੇ ਇਨਵੈਸਟ ਕੀਤੀ ਹੈ। ਬੇਸਿਕਲੀ ਜਿਹੜਾ ਕੈਸ਼ ਆ ਉਹ ਘਟਣ ਦਾ ਕਾਰਨ ਇਹੀ ਆ ਕਿ ਕੰਪਨੀ ਨੇ ਜਿਹੜਾ 1.5 ਬਿਲੀਅਨ ਆ ਉਹ ਇਨਵੈਸਟ ਕਰਤਾ ਆ, ਕਿ ਉਸ ਹਿਸਾਬ ਨਾਲ ਕੰਪਨੀ ਕੋਲ ਜਿਹੜਾ ਸਟਾਰਟ ਆਫ ਦਾ ਪੀਰੀਅਡ ਕੈਸ਼ ਸੀ ਉਹ 2.6 ਬਿਲੀਅਨ ਸੀ, ਅਤੇ ਐਂਡ ਆਫ ਦਾ ਪੀਰੀਅਡ ਹੈਗਾ ਉਹ ਜਿਹੜਾ 1.2 ਬਿਲੀਅਨ। ਇਹ ਬੇਸਿਕਲੀ ਨੰਬਰ ਆਇਆ ਇਹੀ ਆ ਕਿ ਜਿਹੜਾ ਨੈਟ ਚੇਂਜ ਆਇਆ ਕੈਸ਼ ਦੇ ਵਿੱਚ, ਇਹਦੇ ਵਿੱਚੋਂ ਆਹ ਇਹਨਾਂ ਨੇ ਮਾਈਨਸ ਕਰਤਾ ਅਤੇ ਆਪਾਂ ਨੇ ਕੋਲ ਆਹ ਨੰਬਰ ਰਹਿ ਗਿਆ ਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੰਪਨੀ ਦੇ ਜਿਹੜੀ ਇਨਵੈਸਟਮੈਂਟ ਕੀਤੀ ਆ ਉਹ ਕਿੱਥੇ ਕੀਤੀ ਆ, ਹੈ ਨਾ। ਸੋ ਕੰਪਨੀ ਨੇ ਜਿਹੜੀ ਸਭ ਤੋਂ ਪਹਿਲਾਂ ਤਾਂ 400 ਜਿਵੇਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ 467 ਮਿਲੀਅਨ ਆ ਉਹ ਮਨੀ ਮਾਰਕੀਟ ਫੰਡਸ ਦੇ ਵਿੱਚ ਲਾਇਆ, ਹੈ ਨਾ। 199 ਮਿਲੀਅਨ ਹੈਗਾ ਉਹ US ਟ੍ਰੈਜ਼ਰੀ ਦੇ ਵਿੱਚ ਲਾਇਆ। 6 ਮਿਲੀਅਨ ਡਿਪੋਜ਼ਿਟ ਸਰਟੀਫਿਕੇਟਸ ਆਫ ਡਿਪੋਜ਼ਿਟ ਦੇ ਉੱਤੇ ਲਾਇਆ, ਹੈ ਨਾ। ਸਭ ਤੋਂ ਜ਼ਿਆਦਾ ਉਹਨਾਂ ਨੇ ਜਿਹੜੀ ਇਨਵੈਸਟਮੈਂਟ ਕੀਤੀ ਆ ਉਹ US ਟ੍ਰੈਜ਼ਰੀ ਦੇ ਵਿੱਚ ਕੀਤੀ ਆ, ਜਿੱਦਾਂ US ਬੌਂਡਸ ਵਗੈਰਾ ਖਰੀਦੇ ਆ ਜਿਹਦਾ ਕਿ ਉਹਨਾਂ ਨੇ ਇਨਵੈਸਟ ਕੀਤਾ 1.6 ਬਿਲੀਅਨ, ਜਿਹਦੇ ਉੱਤੇ ਅਰਾਊਂਡ 4% ਦੀ ਲਾਈਕ ਰਾਈਟ ਨਾਓ ਰਿਟਰਨ ਮਿਲ ਹੀ ਰਹੀ ਹੈਗੀ ਕੰਪਨੀਜ਼ ਨੂੰ, ਹੈ ਨਾ। ਕਿੱਧਰ ਭੱਜ ਗਿਆ ਅਤੇ ਸੋ ਰਾਈਟ ਨਾਓ ਇਸ ਕੁਆਰਟਰ ਦੇ ਵਿੱਚ ਕੰਪਨੀ ਨੇ ਜਿਹੜਾ ਹੈਗਾ 2.3 ਬਿਲੀਅਨ ਕੈਸ਼ ਹੈ ਜਿਹੜਾ ਉਹ ਇਨਵੈਸਟ ਕੀਤਾ। ਇਹ 2.3 ਬਿਲੀਅਨ ਇੱਦਾਂ ਆ ਗਿਆ ਕਿਉਂਕਿ ਕੰਪਨੀ ਨੇ 700 ਮਿਲੀਅਨ ਦੀਆਂ ਜਿਹੜੀਆਂ ਆਪਣੀਆਂ ਸਿਕਿਉਰਿਟੀਜ਼ ਸੀਗੀਆਂ ਉਹ ਲਾਸਟ ਈਅਰ ਸੀਗੀਆਂ ਜਿਹੜੀਆਂ ਉਹ ਮਤਲਬ ਲਾਸਟ ਇਸ ਕੁਆਰਟਰ ਦੇ ਵਿੱਚ ਸੈਲ ਕੀਤੀਆਂ। ਜਿਹੜਾ ਉੱਥੋਂ ਕੈਸ਼ ਆਇਆ ਇਸ ਕੰਪਨੀ ਨੂੰ ਉਹਨੇ ਕੰਪਨੀ ਨੇ ਉਹ ਦੁਬਾਰਾ ਐਡ ਔਨ ਕਰਤਾ ਆ। ਅਤੇ ਸੋ ਇਸ ਕੁਆਰਟਰ ਦੇ ਵਿੱਚ ਕੰਪਨੀ ਨੇ ਜਿਹੜਾ ਇਨਵੈਸਟ ਕੀਤਾ ਹੈ 2.3 ਬਿਲੀਅਨ ਕੀਤਾ ਆ। ਅਤੇ ਹੁਣ ਆਪਾਂ ਇਹ ਤਾਂ ਸਾਰੀਆਂ ਚੰਗੀਆਂ ਗੱਲਾਂ ਸੀਗੀਆਂ। ਹੁਣ ਆਪਾਂ ਚੈੱਕ ਕਰਦੇ ਹਾਂ ਵੀ ਕੰਪਨੀ ਦੇ ਵਿੱਚ ਮਾੜਾ ਕੀ ਆ, ਹੈ ਨਾ, ਜਿਹਦੇ ਵਿੱਚ ਲਾਈਕ ਕੰਪਨੀ ਦੇ ਵਿੱਚ ਚੰਗਾ ਕੀ ਨਹੀਂ, ਹੈ ਨਾ। ਜਿਹੜੀਆਂ ਚੀਜ਼ਾਂ ਰੈੱਡ ਫਲੈਗਸ ਨੇ ਕੰਪਨੀ ਦੇ ਵਿੱਚ ਆਪਾਂ ਉਹਨਾਂ ਦੀ ਗੱਲ ਕਰਦੇ। ਸੋ ਸਭ ਤੋਂ ਵੱਡਾ ਰੈੱਡ ਫਲੈਗ ਤਾਂ ਕੰਪਨੀ ਦੇ ਵਿੱਚ ਇਹੀ ਹੈ ਕਿ ਜਿਹੜਾ ਰਾਈਟ ਨਾਓ ਹੈਗਾ ਆਪਣਾ ਕੰਪਨੀ ਦਾ ਜਿਹੜਾ
US ਰੈਵਨਿਊ ਆ ਉਹ ਤਾਂ ਬਹੁਤ ਚੰਗੀ ਤਰ੍ਹਾਂ ਗਰੋ ਕਰ ਰਿਹਾ, ਬਟ ਜੇ ਆਪਾਂ ਚੈੱਕ ਕਰੀਏ ਕੰਪਨੀ ਦਾ ਮਤਲਬ ਜਿਹੜਾ ਇੰਟਰਨੈਸ਼ਨਲ ਰੈਵਨਿਊ ਉਹ ਨਹੀਂ ਗਰੋ ਕਰ ਰਿਹਾ, ਜਿੱਦਾਂ ਤੁਸੀਂ ਇੱਥੇ ਹੀ ਚੈੱਕ ਕਰ ਸਕਦੇ ਹੋ। ਜਿਵੇਂ ਆ ਸੀ USA ਦੇ ਵਿੱਚ ਹੈ ਨਾ, ਹੁਣ ਇੱਥੇ ਚੈੱਕ ਕਰੋ, ਜਿਹੜਾ ਯੂਨਾਈਟਿਡ ਸਟੇਟਸ ਦਾ ਰੈਵਨਿਊ ਆ ਉਹ ਲਾਸਟ ਈਅਰ ਦੇ ਨਾਲੋਂ ਆਲਮੋਸਟ 60 ਮਿਲੀਅਨ ਹੈਗਾ ਜਿਹੜਾ ਉਹ ਇਨਕਰੀਜ਼ ਹੋਇਆ ਹੈ। ਬਟ ਜੇ ਉਹੀ ਆਪਾਂ ਰੈਵਨਿਊ ਕਰੀਏ ਯੂਨਾਈਟਿਡ ਕਿੰਗਡਮ ਦੇ ਵਿੱਚ ਹੈ ਨਾ, UK ਦੇ ਵਿੱਚ, ਉਹ ਡਿਕਰੀਜ਼ ਹੋਇਆ 11% ਤੋਂ। ਜਿਹੜਾ US ਰੈਵਨਿਊ ਆ ਉਹ 3% ਇਨਕਰੀਜ਼ ਹੋਇਆ, ਬਟ ਜਿਹੜਾ UK ਯੂਨਾਈਟਿਡ ਕਿੰਗਡਮ ਦਾ ਉਹ ਵੀ ਡਿਕਰੀਜ਼ ਹੋਇਆ। ਜਿਹੜਾ ਰੈਸਟ ਆਫ ਦਾ ਵਰਲਡ ਆ ਉਹ ਵੀ ਅਰਾਊਂਡ ਰੈਵਨਿਊ ਤਾਂ ਇਨਕਰੀਜ਼ ਹੋਇਆ ਅਰਾਊਂਡ 15 ਮਿਲੀਅਨ, ਬਟ ਸਟਿਲ ਉਨੀ ਗਰੋਥ ਬਾਹਰੋਂ ਨਹੀਂ ਆ ਰਹੀ ਜਿੰਨੀ ਸਿਰਫ ਕੰਪਨੀ ਦਾ ਮੇਨ ਸੋਰਸ ਉਹ USA ਦੇ ਵਿੱਚ ਹੀ ਆ ਹੈ ਨਾ ਰੈਵਨਿਊ ਦਾ। ਇਹ ਇੱਕ ਰੈੱਡ ਫਲੈਗ ਆ ਕੰਪਨੀ ਦੇ ਲਈ। ਕੰਪਨੀ ਨੂੰ ਇਹਦੇ ਉੱਤੇ ਵਰਕ ਕਰਨਾ ਪਏਗਾ ਤਾਂ ਕਿ, ਕਿਉਂਕਿ ਜਿਹੜੀਆਂ ਬਾਹਰਲੀਆਂ ਔਰਗੇਨਾਈਜੇਸ਼ਨਸ ਨੇ ਉਹ ਵੀ ਕੰਪਨੀ ਦੇ ਉੱਤੇ ਟਰਸਟ ਕਰਨ ਅਤੇ ਉਹਨਾਂ ਨੂੰ ਵੀ ਜ਼ਿਆਦਾ ਬਿਜ਼ਨਸ ਦੇਣ, ਕਿਉਂਕਿ ਮੇਨ ਰੈਵਨਿਊ ਗਰੋਥ ਜਿਹੜੀ ਹੋਣੀ ਆ, ਕੰਪਨੀ ਦੀ ਗਰੋਥ ਹੋਣੀ ਆ, ਉਹ ਕਮਰਸ਼ੀਅਲ ਸੈਕਟਰ ਦੇ ਵਿੱਚ ਹੀ ਹੋਣੀ ਆ, ਕਿਉਂਕਿ USA ਜਿੰਨੀ ਵੀ ਵਰਲਡਲੀ ਮਿਲਟਰੀਜ਼ ਆ ਹੈ ਨਾ, ਉਹਨਾਂ ਦਾ ਇੱਕ ਸਰਟਨ ਬਜਟ ਹੀ ਹੁੰਦਾ, ਉਹ ਸਰਟਨ ਬਜਟ ਹੀ ਜਿਹੜਾ ਮਤਲਬ ਇਹ ਕੰਟਰੈਕਟਸ ਦੇ ਵਿੱਚ ਹੈ ਨਾ ਗਵਰਨਮੈਂਟਸ ਤੋਂ ਅਰਨ ਕਰ ਸਕਦੀਆਂ। ਬਟ ਜੇ ਇਹ ਕਮਰਸ਼ੀਅਲ ਰੈਵਨਿਊ ਆ ਤਾਂ ਕਮਰਸ਼ੀਅਲ ਕਿੰਨੀਆਂ ਹੀ ਵਰਲਡ ਦੇ ਵਿੱਚ ਕੰਪਨੀਜ਼ ਨੇ, ਜੇ ਉਹਨਾਂ ਤੋਂ ਆਪਣਾ ਰੈਵਨਿਊ ਗਰੋ ਕਰਦੀਆਂ ਨੇ ਤਾਂ ਰੈਸਟ ਆਫ ਦਾ ਵਰਲਡ ਦੇ ਵਿੱਚ ਜਾ ਕੇ ਤਾਂ ਕੰਪਨੀ ਲਈ ਬਹੁਤ ਹੀ ਚੰਗਾ ਹੋਊਗਾ। ਸੋ ਮੈਨੂੰ ਸਭ ਤੋਂ ਵੱਡਾ ਰੈੱਡ ਫਲੈਗ ਇਹੀ ਲੱਗ ਰਿਹਾ ਹੈ ਰਾਈਟ ਨਾਓ ਕਿ ਕੰਪਨੀ ਹੈ ਜਿਹੜੀ ਹੈਗੀ ਆ ਉਹ US ਦੇ ਵਿੱਚ ਤਾਂ ਗਰੋ ਕਰ ਰਹੀ ਆ, ਬਟ ਰੈਸਟ ਆਫ ਦਾ ਵਰਲਡ ਦੇ ਵਿੱਚ ਗਰੋ ਨਹੀਂ ਕਰ ਰਹੀ। ਅਤੇ ਦੂਜਾ ਮੇਨ ਕਾਰਨ ਹੈਗਾ ਆ ਇਹਨਾਂ ਦੀ ਜਿਹੜੀ ਸਟਾਕ ਬੇਸ ਕੰਪਨਸੇਸ਼ਨ ਆ, ਉਹ ਜੇ ਆਪਾਂ ਮਤਲਬ ਮੰਨ ਲਈਏ ਉਹ ਟਾਈਮ ਦੇ ਨਾਲ ਘੱਟ ਤਾਂ ਹੋ ਰਹੀ ਆ, ਜਿੱਦਾਂ ਕਿ Q1 ਦੇ ਵਿੱਚ 149 ਮਿਲੀਅਨ ਸੀ ਅਤੇ ਇਸ ਕੁਆਟਰ ਦੇ ਵਿੱਚ ਉਹਨਾਂ ਨੇ ਡਿਕਰੀਜ਼ ਕਰਕੇ 114 ਮਿਲੀਅਨ ਕਰਤੀ ਆ ਹੈ ਨਾ, ਬਟ ਸਟਿਲ ਫਿਰ ਵੀ ਇਹ ਹਾਈ ਨੰਬਰ ਆ। ਜੇ ਹੁਣ ਆਪਾਂ ਇਹੀ ਕੰਪਨੀ ਕੋਈ ਵੀ ਸਟਾਕ ਬੇਸਡ ਕੰਪਨਸੇਸ਼ਨ ਨਾ ਦੇਵੇ ਤਾਂ ਰਾਈਟ ਨਾਓ ਇਸ ਕੁਆਟਰ ਦੇ ਵਿੱਚ ਹੀ ਕੰਪਨੀ ਦੀ ਜਿਹੜੀ ਨੈਟ ਇਨਕਮ ਹੋਣੀ ਸੀਗੀ ਉਹ 125 ਮਿਲੀਅਨ ਹੋਣੀ ਸੀਗੀ। ਸੋ ਇਹ ਵੀ ਇੱਕ ਰੈੱਡ ਫਲੈਗ ਆ ਕੰਪਨੀ ਦੇ ਲਈ, ਕਿਉਂਕਿ ਕੰਪਨੀ ਸਟਾਕ ਬੇਸ ਜਿਹੜੀ ਕੰਪਨਸੇਸ਼ਨ ਆ ਉਹ ਬਹੁਤ ਦੇ ਰਹੀ ਆ ਹਾਲੇ ਵੀ ਹੈ ਨਾ। ਅਤੇ ਜੇ ਮਤਲਬ ਕੰਪਨੀ ਘਟਾ ਤਾਂ ਰਹੀ ਹੈ, ਜੇ ਇਸ ਨੂੰ ਬਹੁਤ ਹੀ ਘੱਟ ਨੰਬਰ 'ਤੇ ਲਿਆਵੇ ਤਾਂ ਇਹਨਾਂ ਦੀ ਫਿਊਚਰ ਗਰੋਥ ਦੇ ਲਈ ਇਹ ਬਹੁਤ ਹੀ ਚੰਗਾ ਹੋਊਗਾ ਹੈ ਨਾ। ਅਤੇ ਇਹ ਸੀ ਅੱਜ ਦੀ ਵੀਡੀਓ ਹੈ ਨਾ। ਜੇ ਕੁਛ ਤੁਹਾਨੂੰ ਚੰਗਾ ਲੱਗਿਆ ਇਸ ਵੀਡੀਓ ਦੇ ਵਿੱਚ ਹੈ ਨਾ, ਤੁਹਾਨੂੰ ਕੁਛ ਬੈਨੀਫਿਸ਼ਰੀ ਲੱਗਿਆ। ਹਾਂ, ਇੱਕ ਗੱਲ ਹੋਰ, ਰਾਈਟ ਨਾਓ ਮੇਰੇ ਕੋਲ ਅਰਾਊਂਡ ਹੈ ਨਾ 6% ਮੇਰੇ ਪੋਰਟਫੋਲੀਓ ਦਾ ਪਲੰਟੀਅਰ ਸਟਾਕ ਦੇ ਵਿੱਚ ਹੈਗਾ ਆ। ਰਾਈਟ ਨਾਓ ਮੈਂ ਕੋਈ ਵੀ ਸ਼ੇਅਰ ਨਾ ਖਰੀਦ ਰਿਹਾ ਨਾ ਵੇਚ ਰਿਹਾ। ਮੈਂ ਆਪਣੀ ਜਦ ਸਟਾਕ ਸੀ ਜਿਹੜਾ ਉਹ ਬਾਏ ਕਰਨਾ ਸਟਾਰਟ ਕੀਤਾ ਸੀਗਾ ਜਦੋਂ ਇਹ $20 ਦੇ ਵਿੱਚ ਸੀ, ਜਦੋਂ ਇਹਦੀ ਬਹੁਤ ਹੀ ਹਾਈਪ ਬਣੀ ਸੀ ਅਤੇ ਕੰਪਨੀ 2020 ਦੇ ਵਿੱਚ ਆਪਣੀ ਟਰੇਡ ਕਰਨ ਲੱਗੀ ਸੀ ਹੈ ਨਾ ਸਟਾਕ ਐਕਸਚੇਂਜ ਦੇ ਉੱਪਰ। ਉਦੋਂ ਮੈਂ ਇਹਦਾ $100 ਸ਼ੇਅਰ ਖਰੀਦੇ ਸੀ $20 ਦੇ, ਪਰ ਮੈਂ ਉਦੋਂ ਨਾ ਇਹ ਵੇਚੇ ਕਿਉਂਕਿ ਸਟਾਕ ਇੱਕ ਅਰਾਊਂਡ $28-30 ਤੇ ਜਾ ਪਹੁੰਚਿਆ ਸੀਗਾ, ਪਰ ਮੈंने ਉਦੋਂ ਵੀ ਨਹੀਂ ਵੇਚੇ ਹੈ ਨਾ। ਅਤੇ ਫਿਰ ਇਹ ਹੌਲੀ ਹੌਲੀ ਘੱਟ ਕੇ ਅਰਾਊਂਡ $6 ਤੇ ਆ ਗਿਆ। ਜਦੋਂ $6-7 ਦੇ ਉੱਤੇ ਟਰੇਡ ਕਰ ਰਿਹਾ ਸੀ ਤਾਂ ਮੈਂ ਉਦੋਂ ਇਹ ਸਟਾਕ ਬਾਏ ਕਰਨਾ ਸ਼ੁਰੂ ਕੀਤਾ ਸੀਗਾ। ਅਤੇ ਰਾਈਟ ਨਾਓ ਜਿੱਦਾਂ ਇਹ $16 ਤੇ ਵੀ ਆ ਗਿਆ ਤਾਂ ਮੈਂ ਕੋਈ ਵੀ ਆਪਣਾ ਸ਼ੇਅਰ ਨਾ ਖਰੀਦਿਆ ਆ ਨਾ ਹੀ ਵੇਚਿਆ ਆ। ਹੁਣ ਵੀ ਜੇ ਇਹ ਬਾਈ ਚਾਂਸ ਸਟਾਕ ਹੈ ਨਾ ਫਿਊਚਰ ਦੇ ਵਿੱਚ ਜਾਂ ਘੱਟ ਕੇ ਜੇ $10 ਤੋਂ ਥੱਲੇ ਆ ਜਾਂਦਾ ਹੈ ਤਾਂ ਮੈਂ ਆਪਣਾ ਸਟਾਕ ਦੀ ਜਿਹੜੀ ਹੈ ਨਾ ਹੋਲਡਿੰਗ ਆ ਉਹਨੂੰ ਇਨਕਰੀਜ਼ ਕਰਨ ਦੀ ਸੋਚਾਂਗਾ। ਬਟ ਰਾਈਟ ਨਾਓ ਮੈਂ ਕੋਈ ਵੀ ਸ਼ੇਅਰ ਨਾ ਬਾਏ ਕਰ ਰਿਹਾ ਨਾ ਸੈਲ ਕਰ ਰਿਹਾ, ਸਿਰਫ ਹੋਲਡ ਕਰਕੇ ਰੱਖਿਆ ਹੋਇਆ ਫਿਊਚਰ ਦੇ ਲਈ। ਮੈਨੂੰ ਲੱਗ ਰਿਹਾ ਕਿ ਇਸ ਕੰਪਨੀ ਦਾ ਫਿਊਚਰ ਹੈ ਜਿਹੜਾ ਉਹ ਬਹੁਤ ਹੀ ਬਰਾਈਟ ਹੋਊਗਾ ਅਤੇ ਫਿਊਚਰ ਦੇ ਵਿੱਚ ਇਹਨੇ ਬਹੁਤ ਚੰਗੀ ਰਿਟਰਨ ਦੇਣੀ ਆ। ਮੇਰੀ ਕੋਸ਼ਿਸ਼ ਇਹੀ ਹੈ ਜੇ ਅਰਾਊਂਡ $10 ਤੋਂ ਥੱਲੇ ਇਹ ਸਟਾਕ ਆ ਜਾਂਦਾ ਹੈ ਤਾਂ ਮੈਂ ਥੋੜ੍ਹੇ ਬਹੁਤੇ ਹੋਰ ਬਾਏ ਕਰਕੇ ਆਪਣੀ ਜਿਹੜੀ ਹੋਲਡਿੰਗ ਆ ਉਹਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਂ ਹੋਰ ਵੀ ਸਟਾਕਸ ਖਰੀਦ ਰਿਹਾ ਹਾਂ ਤਾਂ ਅਰਾਊਂਡ ਮੈਂ ਇਹਨੂੰ 5% ਆਪਣੇ ਪੋਰਟਫੋਲੀਓ ਦਾ ਰੱਖਣ ਦੀ ਕੋਸ਼ਿਸ਼ ਕਰਾਂਗਾ।
ਕਿਉਂਕਿ ਮੈਂ ਲਾਈਕ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਬਹੁਤ ਹੀ ਐਕਸਾਈਟਡ ਹਾਂ। ਫਿਊਚਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਹੀ ਬਹੁਤ ਕੰਮ ਆਉਣਾ ਹੈ, ਕਿਉਂਕਿ ਤੁਸੀਂ ਦੇਖ ਹੀ ਸਕਦੇ ਹੋ ਜਿੱਦਾਂ ਕਿ ਇਲੈਕਟ੍ਰਿਕ ਕਾਰਾਂ ਵਗੈਰਾ ਇਹਨਾਂ ਦਾ ਆ ਰਿਹਾ ਆ। ਅਤੇ ਇਲੈਕਟ੍ਰਿਕ ਕਾਰਸ ਦੇ ਵਿੱਚ ਵੀ ਜਿੱਦਾਂ ਟੈਸਲਾ ਜਾਂ ਨੀਓ ਇਹ ਕੰਪਨੀਆਂ ਕਹਿ ਰਹੀਆਂ ਨੇ ਕਿ ਅਸੀਂ ਸੈਲਫ ਡਰਾਈਵਿੰਗ ਕਾਰਸ ਲੈ ਕੇ ਆਉਣੀਆਂ ਨੇ, ਤਾਂ ਉਹਦੇ ਵਿੱਚ ਵੀ ਇਹਨਾਂ ਬਹੁਤ ਸਾਰਾ ਡਾਟਾ ਯੂਜ਼ ਕਰਨਾ ਹੋਣਾ ਹੈ। ਅਤੇ ਡਾਟਾ ਨੂੰ ਪ੍ਰੀਵੈਂਟ ਕਰਨ ਲਈ ਪਲੰਟੀਅਰ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਉਹ ਬਹੁਤ ਹੀ ਜ਼ਰੂਰੀ ਨੇਗੀਆਂ। ਸੋ ਮੈਨੂੰ ਲੱਗਦਾ ਹੈ ਪਲੰਟੀਅਰ ਦਾ ਜਿਹੜਾ ਫਿਊਚਰ ਆ ਉਹ ਬਹੁਤ ਹੀ ਬਰਾਈਟ ਆ ਅੱਗੇ। ਸੋ ਮੈਂ ਜਦੋਂ ਵੀ ਟਾਈਮ ਲਾਈਕ ਜਦੋਂ ਵੀ ਠੀਕ ਲੱਗਿਆ ਸਟਾਕ ਪ੍ਰਾਈਸ ਘੱਟ ਹੋਇਆ ਤਾਂ ਮੈਂ ਐਡ ਔਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਸੋ ਇਹ ਸੀ ਅੱਜ ਦੀ ਵੀਡੀਓ ਪਲੰਟੀਅਰ ਸਟਾਕ ਬਾਰੇ। ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ, ਜੇ ਤੁਹਾਡਾ ਰਿਗਾਰਡਿੰਗ ਪਲੰਟੀਅਰ ਕੋਈ ਕੁਐਸਚਨ ਹੈ ਤਾਂ ਆਪਾਂ ਡਿਸਕਸ ਕਰ ਸਕਦੇ ਹਾਂ, ਤਾਂ ਤੁਸੀਂ ਪਲੀਜ਼ ਲਾਈਕ ਕਮੈਂਟ ਕਰਨਾ ਹੈ ਨਾ। ਸੋ ਥੈਂਕ ਯੂ ਸੋ ਮੱਚ ਤੁਹਾਡਾ ਇਸ ਵੀਡੀਓ ਨੂੰ ਦੇਖਣ ਦੇ ਲਈ। ਬਾਏ ਬਾਏ।